ਉੱਥੇ ਗਿਆ, ਇਹਨੇ ਕਿਹਾ ਵੇਖ ਲਓ ਮੈਂ ਮੌਜੂਦ ਹਾਂ, ਉਹ ਪਹੁੰਚਿਆ ਨਹੀਂ ਉੱਥੇ। ਚਲੋ ਬਾਹਰ ਤਿੱਕਰ ਤੇ ਆ ਜਾਵੇ, ਵੜਨ ਨਾ ਦੇਵੇ, ਪਲੀਜ਼ ਨੂੰ ਆ ਜਾਏ ਕਿਤੇ ਸਾਡੀ ਮਜੇ ਵੇ ਕੇ ਬਾਹਰ ਆ ਜਾਵੇ, ਰਿਕਾਰਡਿੰਗ ਕਰੇ, ਇਧਰੋਂ ਸਵੇਬ ਰਾਜਾ ਆ ਜਾਏਗਾ ਬਾਹਰ ਤੇ ਉੱਥੇ ਆਪੇ ਡਿਸਾਈਡ ਕਰ ਲੈਣਗੇ ਕਿੱਥੇ ਬਹਿਣਾ, ਕਿੱਥੇ ਬਹਿ ਕੇ ਗੱਲ ਕਰਨੀ। ਨਹੀਂ ਮਸਜਿਦ ਕਰੇ ਨਾ, ਮੈਂ ਆਉਣ ਲੱਗਿਆ ਇੱਥੇ ਦਫ਼ਤਰ ਹੁੰਦੇ ਨਾ, ਮਸਜਿਦ ਦਾ ਜਲਸਾ ਨਹੀਂ ਹੁੰਦਾ, ਕਿਉਂਕਿ ਪਤਾ ਹੋਰ ਅੰਗਰੇਜ਼ ਵੀ ਤਾਂ ਆਉਂਦੇ ਰਹਿੰਦੇ ਨਾ ਇੱਥੇ। ਜੀ ਜੀ। ਤੇ ਉਹ ਮੇਨ ਪਾਰਟ ਦੇ ਮਸਜਿਦ ਵਿੱਚ ਨਹੀਂ ਇਸ ਨੂੰ ਲੈ ਕੇ ਜਾਣਾ ਕਿਸੇ ਨੇ, ਉਹ ਦਫ਼ਤਰ ਇੱਧਰ ਸਾਡੇ ਕੋਲ ਇੰਤਜ਼ਾਮੀਆ ਦਾ ਸਾਰਾ ਸਿਸਟਮ ਹੁੰਦਾ। ਰਾਜਾ ਸਾਹਿਬ ਕੂਨੀ ਵਾਲਿਆਂ ਦੀ ਜਿਹੜੀ ਮਸਜਿਦ ਹੈ ਨਾ, ਮਸਜਿਦ ਦੇ ਬਿਲਕੁਲ ਬੈਕ ਵਾਲੀ ਜਿਹੜੀ ਗਲੀ, ਪਿਛਲੀ ਗਲੀ, ਉਹਦੇ ਬਿਲਕੁਲ ਮਸਜਿਦ ਦੇ ਪਿਛਲੇ ਪਾਸੇ, ਠੀਕ ਹੈ ਨਾ, ਉੱਥੇ ਮੇਰੇ ਦੋਸਤ ਰਹਿੰਦੇ ਨੇ, ਉਹਨਾਂ ਦਾ ਘਰ ਹੈ ਤੇ ਬਿਹਤਰੀਨ ਜਗ੍ਹਾ ਉੱਥੇ ਗੱਲ ਕਰਨ ਵਾਸਤੇ। ਅਗਰ ਨਹੀਂ ਮਸਜਿਦ ਜਾਂਦਾ ਅਸੀਂ ਉੱਥੇ ਬਹਿ ਕੇ ਗੱਲ ਕਰ ਸਕਨੇ ਆ। ਇਹਦੀ ਮੈਂ ਜ਼ਿੰਮੇਵਾਰੀ ਲੈਣਾ। ਉਹ ਭਾਈ ਟਿਕਟੌਕ ਤੇ ਨਹੀਂ ਕਰਦੇ ਤੇ ਤੁਹਾਡੇ ਕੋਲ ਆਣਾ ਇੰਨਾ ਤੇ ਫਿਰ ਮਾਰੀ ਨੇ ਕੋਈ ਕਿਸੇ ਵੀ ਨਹੀਂ ਆਣਾ। ਮਰਜ਼ਈ ਦੀ ਜ਼ਰੂਰਤ ਇਤਨੀ ਕਿ ਉਹ ਆ ਜਾਏ। ਮਾਂ ਨੇ ਉਸ ਮਾਂ ਨੇ ਕੋਈ ਮਰਜ਼ਈ ਜੰਮਿਆ ਨਹੀਂ ਜਿਹੜਾ ਮੁਸਲਮਾਨ ਦੇ ਆਮਣੇ ਸਾਹਮਣੇ ਬਹਿ ਕੇ ਗੱਲ ਕਰ ਲੈ। ਇਹ ਸਿਰਫ ਭੌਂਕ ਸਕਦੇ ਨੇ ਕੁੱਤੇ ਦੀ ਤਰ੍ਹਾਂ ਇਹਦੇ ਤੇ ਟਿਕਟੌਕ ਤੇ। ਬਾਕੀ ਇਹਨਾਂ ਦੀ ਕੋਈ ਜੁਰਤ ਹੈ ਕਿ ਕਿਸੇ ਮੁਸਲਮਾਨ ਦੇ ਸਾਹਮਣੇ ਬਹਿ ਜੇ? ਸਵਾਲ ਹੀ ਨਹੀਂ ਪੈਦਾ ਹੁੰਦਾ। ਤਾਂ ਉਹ ਅਗਲੇ ਦਿਨ ਨਹੀਂ ਇਸ ਸ਼ੋਏਬ ਰਾਜਨ ਸਾਰਾ ਫਿਰਦਾ ਰਿਹਾ ਤੇ ਆਪੇ ਆਇਆ ਹੀ ਨਹੀਂ। ਐਸਾ ਮੈਂ ਰਿਕਾਰਡਿੰਗ ਮੈਨੂੰ ਕੱਢਾਂਗਾ ਨਾ, ਮੈਂ ਪਈ ਹੈ ਮੇਰੀ ਬਰਾਤ ਵਾਲੀ, ਉਹ ਮੇਰੀ ਬਰਾਤ ਦੇ ਨੇ ਕੁੱਤੇ ਹੀ ਕੈਮਰਾ। ਤੁਸੀਂ ਵੀ ਮੇਰੇ ਨਾਲ ਮੌਜੂਦ ਸੀ? ਨਹੀਂ ਮੈਂ ਨਹੀਂ ਸੀ ਮੌਜੂਦ। ਨਹੀਂ ਇਸਨੇ ਤਾਂ ਮੈਂ ਨਹੀਂ ਸੀ। ਹਾਂ ਤੁਸੀਂ ਨਹੀਂ ਸੀ। ਸ਼ੋਏਬ ਰਾਜਾ ਨੇ ਮੈਨੂੰ ਗੱਲ ਦੱਸੀ ਸਾਰੀ। ਸ਼ੋਏਬ ਰਾਜਾ ਨੇ ਗੱਲ ਸਾਰੀ ਦੱਸੀ ਸੀ ਮੈਨੂੰ। ਉਹ ਪਹੁੰਚ ਹੋ ਕੇ ਨਾ, ਉਹ ਗਜਨੀ ਕਦੇ ਇੱਧਰ ਛਾਲਾ ਮਾਰੇ, ਕਦੇ ਉੱਧਰ ਵਾਟਰ ਆ। ਮੈਂ ਉਹਨੂੰ ਪੁੱਛਣਾ ਕਿ ਕੋਈ ਨੰਬਰ ਹੈ? ਕਹਿੰਦਾ ਨਹੀਂ। ਮੈਂ ਇਹਦਾ ਨੰਬਰ ਹੈ? ਕਹਿੰਦਾ ਨਹੀਂ। ਮੈਂ ਤੈਨੂੰ ਕਿੱਦਾਂ ਪਤਾ ਹੈ? ਮੈਂ ਉੱਥੋਂ ਸੁਣਿਆ। ਮੈਂ ਦੂਰ ਫੁੱਟੇ ਮੂੰਹ ਬਈ ਨਾ ਤੇਰਾ ਲੈਣ ਨਾ ਦੇਣ, ਤੂੰ ਐਵੇਂ ਵਿੱਚ ਨਸੀ ਜਾਂਦਾ। ਹਾਂ ਉਹਨੂੰ ਮਜ਼ੀਆਂ ਚ ਕੋਈ ਨਹੀਂ ਪੁੱਛਦਾ ਉਸਨੂੰ। ਤਾਂ ਇਹ ਵਿਚਾਰਾ ਅੱਧੇ ਘੰਟੇ ਦੀ ਡਰਾਈਵ ਕਰਕੇ ਉਹਦੇ ਐਡਰੈਸ ਤੇ ਪਹੁੰਚਿਆ। ਉੱਥੇ ਕਿਤੇ ਸਾਹਮਣੇ ਚਰਚ ਆ, ਇਹਨੇ ਵਿਖਾਇਆ ਵੀ ਨਾ ਵੀਡੀਓ ਕੈਮਰੇ। ਹਾਂ ਫਿਰ ਉੱਥੇ ਖਲੋਤਾ ਰਿਹਾ, ਉਹ ਆਇਆ ਨਹੀਂ। ਉਹ ਫਿਰ ਇਹਨੇ ਉਹਨੂੰ ਕਿਹਾ ਵੀ ਤੂੰ ਟਾਈਮ ਸਪੇਅਰ ਆ ਜਾ, ਮੈਂ ਉੱਥੇ ਜਾ ਰਿਹਾ, ਉੱਥੇ ਆ ਜਾ। ਅੱਛਾ ਮਜ਼ੇ ਦੀ ਗੱਲ, ਰਾਣਾ ਜ਼ਾਹਦ ਵੀ ਮੌਜੂਦ ਸੀ। ਰਾਣਾ ਜ਼ਾਹਦ ਨੀ ਜਿਹੜਾ ਮੁਲਕ, ਉਹਨੇ ਕਿਹਾ ਵੀ ਜੇ ਤੁਸੀਂ ਗੱਲ ਕਰਨੀ ਹੈ ਤੇ ਮੈਂ ਵੀ ਗੱਡੀ ਲੈ ਕੇ ਆਇਨਾ। ਮੈਂ ਇੱਥੇ ਉੱਥੇ ਨੇੜੇ ਸੀ ਕਿਤੇ, ਤੇ ਮੈਂ ਵੀ ਆਇਨਾ ਤਾਂ ਮੈਂ ਤੁਹਾਡੀ ਦੋਵਾਂ ਦੀ ਗੱਲ ਕਰਾ ਦਿੰਦਾ। ਕਹਿੰਦੇ ਅਸੀਂ ਕਰਨੀ। ਕੁਛ ਅਰਸਾ ਪਹਿਲਾਂ ਸਾਕੀ ਨਾਲ ਵੀ ਇਹੀ ਕਿਸੇ ਮਰਜ਼ੀ ਨੇ ਕੀਤਾ ਸੀ। ਸਾਕੀ ਵੀ ਸਾਰਾ ਚਲਾ ਕੇ ਗੱਡੀ ਤੇ ਮਰਜ਼ੀ ਆਇਆ ਨਹੀਂ ਸੀ ਬਿਲਕੁਲ। ਥੱਲੇ ਟਰੂ ਦਜਾਲ ਸਾਹਿਬ ਕਹਿੰਦੇ ਨੇ ਪਹਿਲੇ ਅੱਛੇ ਇਨਸਾਨ ਤੋਂ ਬਣੋ। ਚੌਹਾਨ ਸਾਹਿਬ ਆਏ ਨੇ ਮੌਜੂਦ ਆ? ਮਸ਼ਵਰਾ ਦੇਣਗੇ। ਆਮਿਰ ਨਜ਼ੀਰ ਸਾਹਿਬ ਆਮਿਰ ਨਜ਼ੀਰ ਸਾਹਿਬ ਮੌਜੂਦ ਨੇ। ਇਹ ਉਦੋਂ ਦੀ ਗੱਲ ਹੈ ਨਾ ਬਾਬਰ ਭਾਈ, ਜਦੋਂ ਟਰੂ ਸਿੱਖ ਦੀ ਸ਼ਤਰੋਲ ਹੋਈ ਸੀ। ਅੱਛਾ ਮੈਂ ਸਮਝਿਆ ਕਿ ਆਪਣੇ ਅੰਦਰ ਲੱਗੇ ਨੇ ਬਾਬਾ ਸਾਹਿਬ। ਨਹੀਂ ਕਹਿੰਦੇ ਨੇ ਵੀ ਰਿਕਾਰਡਿੰਗ ਹੈ। ਤਾਰਿਕ ਭਾਈ ਮੈਂ ਤੁਹਾਨੂੰ ਸੱਚੋ ਭੇਜਦਾ ਔਰ ਰਸਾਲਾ, ਮੈਂ ਬਾਕੀ ਭੁੱਲ ਗਿਆ ਸੀ। ਅੱਛਾ ਅਜੇ ਤੱਕ ਨਹੀਂ ਭੇਜਿਆ? ਮੈਂ ਇਹੀ ਕਰਾਂਗਾ ਜਿਸ ਵੇਲੇ ਮੈਂ ਤੁਹਾਨੂੰ ਦੇਖਾਂ ਮੈਂ ਤੁਹਾਨੂੰ ਯਾਦ ਦਿਲਾਇਆ ਕਰਾਂਗਾ। ਤੁਸੀਂ ਮੈਨੂੰ ਕਿਹਾ ਕਰੋ ਉਹ ਲੋਮੜੀ घनदार दाढ़ी के साथ ਹੋਗਾ कव्वे की तरह काय काय करता है। ਯਾਰ ਉਹ ਕਿਹੜਾ ਹੈ ਉਹ? ਤਾਰਿਕ ਭਾਈ ਪਰ ਤੁਸੀਂ ਜਿੱਦਾਂ ਪੜ੍ਹਦੇ ਹੋ ਨਾ ਉਦਾਂ ਮੈਂ ਨਹੀਂ ਪੜ੍ਹ ਸਕਦਾ। ਤੁਸੀਂ ਬਹੁਤ ਮਜ਼ੇਦਾਰ ਪੜ੍ਹਦੇ ਯਕੀਨ ਮੰਨੋ। ਮੈਨੂੰ ਵਾਦਾ ਮਾਰਨ ਲੱਗੇ ਸੀ। ਹਾਂਜੀ ਮੈਂ ਤੁਹਾਨੂੰ ਵਾਦਾ ਮਾਰ ਰਿਹਾ ਸੀ। ਮੈਨੂੰ ਖਿਆਲ ਹੈ ਸੀ ਕਿ ਤੁਹਾਡੇ ਖਿਆਲ ਦੇ ਵਿੱਚ ਹਜ਼ਰਤ ਈਸਾ ਅਲੈਹਿਸਲਾਮ ਦੇ ਨਜ਼ੂਲ ਦਾ ਜ਼ਿਕਰ ਕੁਰਾਨ ਦੇ ਵਿੱਚ ਕਿਤੇ ਮਿਲਦਾ ਹੈ? ਹਾਂਜੀ ਕੁਰਾਨ ਚ ਵੀ ਜ਼ਿਕਰ ਹੈ, ਲੇਕਿਨ ਉੱਥੇ ਇਸ਼ਾਰਾ ਤਾਂ ਨਹੀਂ ਹਦੀਸ ਵਿੱਚ। ਮਸलन किस जगह? وَمِنْ أَهْلِ الْكِتَابِ إِلَّا لِيُؤْمِنَنَّ بِهِ। अच्छा वो च कोई इशारा नहीं है, उससे आप इशारा ला लिया। ਇਸ਼ਾਰਾ ਮਤਲਬ ਉਹਨਾਂ ਦੀ ਮੌਤ ਤੋਂ ਪਹਿਲੇ ਉਹਨਾਂ ਦੀ तमाम ਉਹਦੀ ਜ਼ਮੀਰ ਹਜ਼ਰਤ ਈਸਾ ਅਲੈਹਿਸਲਾਮ ਵੱਲ ਨਹੀਂ ਨਾ ਜਾਂਦੀ। तमाम ਮੁਫੱਸਿਰੀਨ ਨੇ ਇਹ ਨਹੀਂ ਕਿਹਾ ਕਿ ਹਜ਼ਰਤ ਈਸਾ ਵੱਲ ਜਾਂਦੀ।
तमाम मुफस्सिरीन ਯਾਨੀ ਬਸ ਇਹੀ ਆਇਤ ਹੈ ਤੁਹਾਡੇ ਖਿਆਲ 'ਚ ਜਿਹਦੇ 'ਚ ਇਸ਼ਾਰਾ ਮਿਲਦਾ ਹੈ। और भी एक दो है ना ये हुवल्लज़ी रसूलहु बिल हुदा। ਹਾਂ ਨਹੀਂ ਉਹਦੇ 'ਚ ਕਿੱਥੇ ਹਜ਼ਰਤ ਈਸਾ ਦਾ ਜ਼ਿਕਰ ਹੈ? ਇਹਦੇ ਚ ਮਿਰਜ਼ਾ ਸਾਹਿਬ ਨੇ ਆਪ ਲਿਖਿਆ ਨਾ ਨਹੀਂ ਮਿਰਜ਼ਾ ਸਾਹਿਬ ਦੀ ਗੱਲ ਨਹੀਂ ਮੈਂ ਕਰ ਰਿਹਾ। ਭਾਈ ਜਿਹੜਾ ਫਿਜ਼ੀਕਲ ਮਿਰਜ਼ਾ ਸਾਹਿਬ ਦੇ ਮੁਤਾਬਿਕ ਤੇ ਹਜ਼ਰਤ ਈਸਾ ਅਲੈਹਿਸ ਸਲਾਮ ਨੇ ਵਾਪਸ ਨਹੀਂ ਤਾਂ ਆਉਣਾ, ਉਹ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਇੱਕ ਖਲੀਫੇ ਨੂੰ ਉਹ ਨਾਂ ਦਿੱਤਾ ਗਿਆ। ਲੇਕਿਨ ਮੈਂ ਤੁਹਾਡੇ ਅਕੀਦੇ ਦੀ ਗੱਲ ਕਰ ਰਿਹਾ ਸੀ। ਉਹ ਵੱਖਰੀ ਗੱਲ ਹੈ ਕਿ ਉਹਨਾਂ ਨੇ ਪਹਿਲਾਂ ਇਹ ਆਇਤ ਈਸਾ ਅਲੈਹਿਸ ਸਲਾਮ ਤੇ ਲਾਈ ਤੇ ਫਿਰ ਬਾਅਦ 'ਚ ਆਪਣੇ ਆਪ ਤੇ ਵੀ ਲਾਈ ਹੈ। ਇਹੋ ਹੀ ਆਇਤ ਉਹਨਾਂ ਨੇ ਆਪਣੇ ਆਪ ਤੇ ਵੀ ਲਾਈ ਹੈ। ਹੁਵੱਲਾ ਯਾਨੀ ਤੁਹਾਡੇ ਖਿਆਲ ਦੇ ਵਿੱਚ ਕੁਰਾਨ ਮਜੀਦ 'ਚ ਐਸੀ ਕੋਈ ਆਇਤ ਨਹੀਂ ਹੈ ਮੁਹਕਮ ਆਇਤ ਜਿਸ ਤੋਂ ਪਤਾ ਚੱਲੇ ਕਿ ਹਜ਼ਰਤ ਈਸਾ ਨੇ ਵਾਪਸ ਆਣਾ? ਇਸ਼ਾਰਤਨ ਹੈ, ਸਰਾਹਤਨ ਨਹੀਂ ਹੈ। ਹਾਂ ਠੀਕ ਹੈ। ਇੱਕ ਉਹ ਵੀ ਹੈ ਨਾ ਜਿਹੜਾ ਈਸਾ ਅਲੈਹਿਸ ਸਲਾਮ ਨੂੰ ਕਿਹਾ ਵੀ ਉਹ ਕਿਆਮਤ ਦੀ ਨਿਸ਼ਾਨੀ ਚੋਂ ਇਸ ਤਰ੍ਹਾਂ ਦੀ ਕੋਈ ਗੱਲ ਹੈ ਵੀ ਕੁਰਾਨ ਦੇ ਵਿੱਚ ਇੱਕ ਵੀ ਆਇਤ ਹੈ ਉਹਨਾਂ ਦੀ ਚੀਜ਼ ਨੂੰ, ਉਹਨਾਂ ਦੀ ਪੈਦਾਇਸ਼ ਨੂੰ ਜਾਂ ਉਹਨਾਂ ਦੀ ਸ਼ਖਸੀਅਤ ਨੂੰ ਕਿਆਮਤ ਦੇ ਨਾਲ ਜਿਹੜਾ ਨਾ ਉਹ ਜੋੜਿਆ ਗਿਆ ਹੈ। ਹੁਣ ਆਇਤ ਮੈਨੂੰ ਭੁੱਲ ਗਈ ਹੈ, ਉਹ ਵੀ ਹੈ ਹਾਂ ਉਹ ਲੇਕਿਨ ਸਾਥ ਹਾਂ ਜੀ ਜੀ ਲੇਕਿਨ ਸਰਾਹਤਨ ਵਾਕਈ ਉਹਨਾਂ ਦੀ ਗੱਲ ਠੀਕ ਹੈ। ਇਸ਼ਾਰੇ ਹੀ ਨੇ ਨਾ। ਬਈ ਕੁਰਾਨ ਖਾਲੀ ਹੈ ਕਿ ਕੁਰਾਨ ਹਜ਼ਰਤ ਈਸਾ ਅਲੈਹਿਸ ਸਲਾਮ ਦਾ, ਯਾਨੀ ਅਸੀਂ ਇਹ ਤੇ ਮੰਨ ਲੈਂਦੇ ਹਾਂ ਅੱਲਾ ਮੀਆਂ ਨੂੰ ਚੁੱਕ ਕੇ ਲੈ ਗਿਆ, ਲੇਕਿਨ ਉਹਨਾਂ ਨੇ ਅੱਲਾ ਮੀਆਂ ਨੇ ਉਹਨਾਂ ਨੂੰ ਥੱਲੇ ਭੇਜਣਾ ਹੈ, ਇਹਦੇ ਮੁਤਲਕ ਕੁਰਾਨ 'ਚ ਨਹੀਂ ਕੁਝ ਮੌਜੂਦ। ਉਹਦੇ ਲਈ ਸਾਨੂੰ ਭੱਜ ਕੇ ਹਦੀਸ ਵੱਲ ਜਾਣਾ ਪੈਂਦਾ ਹੈ। ਮੈਨੂੰ ਇਹ ਖਿਆਲ ਹੈ ਸੀ ਕਿ ਮੈਂ ਕਿਹਾ ਹੋ ਸਕਦਾ ਮੇਰੇ ਜ਼ਿਹਨ 'ਚ ਨਾ ਹੋਵੇ ਕਿਉਂਕਿ ਤੁਹਾਡਾ ਇੱਕ ਯਕੀਨ ਹੈ ਇਹਦੇ ਤੇ ਹੋ ਸਕਦਾ ਤੁਹਾਨੂੰ ਜ਼ਿਹਨ 'ਚ ਹੋਵੇ। ਕਹਿ ਰਿਹਾ ਕਿ ਜਿਸ ਤਰ੍ਹਾਂ ਦੇ ਤੁਸੀਂ ਅਲਫਾਜ਼ ਕਹਿ ਰਹੇ ਹੋ ਨਾ ਉਸ ਤਰ੍ਹਾਂ ਦੇ ਅਲਫਾਜ਼ ਨਹੀਂ ਹੈ ਨਾ। ਹਾਂ ਬਈ ਬਕਾਇਦਾ ਸਰਾਹਤ ਦੇ ਨਾਲ ਇਹ ਅਲਫਾਜ਼ ਹੋਣੇ ਚਾਹੀਦੇ ਨੇ। ਕਿਉਂਕਿ ਇਤਨਾ ਅਹਿਮ ਮਤਲਬ ਮੌਜੂ ਸੀ, ਅਗਰ ਤੇ ਹੁੰਦਾ ਤੇ ਫਿਰ ਤੇ ਸਰਾਹਤ ਨਾਲ ਹੋਣੇ ਚਾਹੀਦੇ ਸੀ, ਲੇਕਿਨ ਉਹ ਸਿਰਫ ਇੱਕ ਤਵੀਲਾਂ ਹੀ ਨੇ। ਨਹੀਂ ਕੁਰਾਨ ਦੇ ਵਿੱਚ ਬੁਨਿਆਦੀ ਤੌਰ ਤੇ ਅਗਰ ਦੇਖਿਆ ਜਾਏ ਨਾ, ਕੁਰਾਨ ਦੇ ਵਿੱਚ ਇਸ਼ਾਰੇ ਜ਼ਿਆਦਾ ਚੀਜ਼ਾਂ ਦੇ ਬਾਰੇ ਇਸ਼ਾਰੇ ਨੇ। ਇਹ ਸੂਰਾ ਜ਼ੁਖਰਫ ਦੀ ਆਇਤ 61 व इन्नहु लइल्मुन लिस्साअ फला तमतरुन्न बिहा वत्तबिऊन हाज़ा सिरातुम मुस्तकीम। ਜੋ ਕਿਆਮਤ ਦੀ ਇੱਕ ਨਿਸ਼ਾਨੀ ਨੇ, ਤੁਸੀਂ ਉਹਦੇ ਸ਼ੱਕ ਨਾ ਕਰੋ, ਮੇਰੀ ਗੱਲ ਮੰਨੋ, ਸਿੱਧਾ ਰਸਤਾ ਹੈ ਇਹ। ਕੌਣ ਕਿਆਮਤ ਦੀ ਨਿਸ਼ਾਨੀ ਨੇ? ਈਸਾ ਅਲੈਹਿਸਲਾਮ। ਕਿਦਾਂ ਕਿਆਮਤ ਦੀ ਨਿਸ਼ਾਨੀ ਨੇ? क़यामत की निशानी थे हजरत मोहम्मद सल्लल्लाहु अलैहि वसल्लम ने अपनी दो उंगलियां खड़ी करके कैसे क़यामत और मैं ऐसे हूं जैसे दो उंगलियां, तो क़यामत से फिर हजरत मोहम्मद सल्लल्लाहु अलैहि वसल्लम की निशानी वो भी ने। ਨਹੀਂ ਉਹ ਤੇ ਹੁਣ ਤੁਸੀਂ ਹਦੀਸਾਂ ਵੱਲੋਂ ਚੱਲੇਗੀ ਖੁਦ ਹਦੀਸਾਂ ਤੁਰ ਪਏ ਜੀ। नहीं मैं इसलिए कह रहा ना हदीस नु असी ना रहिए सिर्फ कुरान दे मुतलक अगर नहीं ये कुरान च ऐसी नहीं कोई गल। सिर्फ है अल्फाज नहीं ना है ना, इशारे तो मौजूद ने ना। हाँ जी नहीं नहीं वो देखे ना तुसी इशारियां नाल कुछ और इशारे समझदे हो, असी कुछ और समझने हैं, वो तो अपनी अपनी मर्जी नाल इशारे जो मर्जी समझी गई। ਤੇ ਕੁਰਾਨ ਦੇ ਵਿੱਚ ਮੈਂ ਦੱਸਿਆ ਕਿ ਜ਼ਿਆਦਾ ਗੱਲਾਂ ਜਿਹੜੀਆਂ ਨੇ ਉਹ ਮੁਜਮਲ ਬਿਆਨ ਕੀਤੀਆਂ ਗਈਆਂ, ਤਫਸੀਲ ਜਾਂ ਹਰ ਗੱਲ ਦੇ ਬਾਰੇ ਅਲਫਾਜ਼ ਤੇ ਨਹੀਂ। ਇਹਨੇ ਸੂਰਾ ਜ਼ੁਖਰਫ ਦੀ ਆਇਤ ਸ਼ੁਰੂ ਹੁੰਦੀ 57 ਆਇਤ ਵਲਮਾ ਇਬਨ ਮਰੀਮ ਮਸਲਨ ਇਜ਼ਾ ਕੌਮੁਕ ਮਿਨਹੁ ਯਸਦੂਨ। ਜਦੋਂ ਈਸਾ ਅਲੈਹਿਸਲਾਮ ਦੀ ਮਿਸਾਲ ਦਿੱਤੀ ਗਈ ਤੇ ਤੁਹਾਡੀ ਕੌਮ ਨੇ ਰੌਲਾ ਪਾਣਾ ਸ਼ੁਰੂ ਕਰਤਾ, ਸ਼ੋਰ ਮਚਾਣਾ ਸ਼ੁਰੂ ਕਰਤਾ। ਵਕਾਲੂ ਆਲਿਹਤੁਨਾ ਖੈरुन ਅਮ ਹੋ ਮਾ ਜ਼ਰਬੂਹੁ ਲਕ ਇਲਾ ਜਦਲਾ ਬਲ ਹੁਮ ਕੌਮੁਨ ਖਸਰੀਨ। ਆਖਣ ਲੱਗੇ ਕਿ ਸਾਡੇ ਮਬੂਦ ਜਿਹੜੇ ਨੇ ਉਹ ਬਿਹਤਰ ਨੇ ਜਾਂ ਉਹ ਬਿਹਤਰ ਨੇ। ਉਹਨਾਂ ਨੇ ਤੁਹਾਡੇ ਸਾਹਮਣੇ ਇਹ ਮਿਸਾਲ ਸਿਰਫ ਘੱਟ ਹੁਜਤੀ ਵਾਸਤੇ ਪੇਸ਼ ਕੀਤੀ ਹੈ, ਝਗੜੇ ਵਾਸਤੇ ਪੇਸ਼ ਕੀਤੀ ਹੈ, ਔਰ ਇਹ ਲੋਕ ਝਗੜਾਲੂ ਨੇ। ਉਹ ਇਲਾ ਅਬਦੁਨ ਅਨਅਮਨਾ ਅਲੈਹਿ ਵਜਅਲਨਾਹੁ ਮਸਲਨ ਲਿਬਨੀ ਇਸਰਾਈਲ। ਉਹ ਯਾਨੀ ਈਸਾ ਅਲੈਹਿਸਲਾਮ ਸਾਡੇ ਇੱਕ ਬੰਦੇ ਸਨ। ਇਨ ਹੋਵਾ ਇਲਾ ਅਬਦੁਨ ਅਨਅਮਨਾ ਅਲੈਹਿ, ਉਹ ਬਸ ਸਾਡੇ ਇੱਕ ਬੰਦੇ ਨੇ ਜਿਨ੍ਹਾਂ ਤੇ ਅਸਾਂ ਇਨਾਮ ਨਾਜ਼ਿਲ ਕੀਤਾ। ਵਜਅਲਨਾਹੁ ਮਸਲਨ ਲਿਬਨੀ ਇਸਰਾਈਲ, ਔਰ ਬਨੀ ਇਸਰਾਈਲ ਦੇ ਵਾਸਤੇ ਉਹਨਾਂ ਨੂੰ ਇੱਕ ਨਮੂਨਾ ਬਣਾਇਆ, ਮਿਸਾਲ ਬਣਾਇਆ। ਵਲੋ ਨਸ਼ਾਉ ਲਜਅਲਨਾ ਮਿਨਕੁਮ
ਮਲਾਇਕਤਨ ਫਿਲ ਅਰਜ਼ ਯਖਲਫੂਨ। ਜੇ ਅਸੀਂ ਚਾਹੀਏ ਤੇ ਤੁਹਾਡੇ ਚ ਫਰਿਸ਼ਤੇ ਪੈਦਾ ਕਰ ਦਈਏ ਜਿਹੜੇ ਜ਼ਮੀਨ ਚ ਇੱਕ ਦੂਜੇ ਦੇ ਜਾਨਸ਼ੀਨ ਹੋਣ, ਯਾਨੀ ਫਰਿਸ਼ਤੇ ਹੀ ਇੱਕ ਦੂਜੇ ਦੇ ਜਾਨਸ਼ੀਨ ਹੋਣ। وَإِنَّهُ لَعِلْمٌ لِلسَّاعَةِ فَلَا تَمْتَرُنَّ بِهَا وَاتَّبِعُونِ هَذَا صِرَاطٌ مُسْتَقِيمٌ। اور یقین رکھو کہ ایک قیامت دی ایک نشانی نے، کسی ادھے کوئی شک نہ کرو، میری گل منو، سیدھا رستہ ہے یہ۔ وَلَا يَصُدُّنَّكُمُ الشَّيْطَانُ، ایسا ہرگز نہیں ہوئے گا کہ شیطان تانوں روک دے اس رستے سے۔ إِنَّهُ لَكُمْ عَدُوٌّ مُّبِينٌ، بے شک کھلا دشمن ہے۔ وَلَمَّا جَاءَ عِيسَىٰ بِالْبَيِّنَاتِ قَالَ قَدْ جِئْتُكُم بِالْحِكْمَةِ وَلِأُبَيِّنَ لَكُم بَعْضَ الَّذِي تَخْتَلِفُونَ فِيهِ فَاتَّقُوا اللَّهَ وَأَطِيعُونِ۔ جدوں عیسیٰ علیہ السلام کھلیاں نشانیاں بالبینات، واضح نشانیاں لے کے آئے تو انہوں نے آکھیا کہ میں تواڈے کول عقل دی گل، حکمت دی گل لے کے آیا۔ بالحکمہ، قد جئتکم بالحکمہ، میں تواڈے کول ایک حکمت دی گل لے کے آیا تے اس واسطے آیا کہ تواڈے سامنے او چیزاں واضح کراں جنہاں چ تسی اختلاف کردے ہو، لہذا اللہ تو ڈرو اور میری گل مان لو۔ ان اللہ هو ربی و ربکم فاعبدوہ ھذا صراط مستقیم۔ اللہ ہی میرا بھی رب ہے تے تہاڈا بھی رب ہے، یہ واسطے سیدھا رستہ اختیار کرو تے او دی عبادت کرو۔ فاختلف الاحزاب من بینہم، کئی احزاب نے، کئی گروہاں نے اودے چ اختلاف کیتا۔ فویل للذین ظلموا من عذاب یوم علیم، چنانچہ انہاں ظالماں واسطے ایک دردناک دن دے عذاب دی وجہ بنے، یہ بڑی خرابی ہوئے گی اس دن۔ حل ینظرون الا الساعۃ ان تأتیہم بغتۃ وہم لا یشعرون، یہ لوگ بس اس گل دا انتظار کر رہے نے کہ قیامت انہاں دے سامنے اچانک آ جائے تے انہاں نوں پتہ بھی نہ ہوئے۔ الاخلاء یومئذ بعضهم لبعض عدو الا المتقین، اس دن سارے دوست ایک دوسرے دے دشمن ہون گے سوائے متقیاں دے۔ اے جنی گل میں بیان کیتی ہے یہ صاف عیسیٰ علیہ السلام دا ذکر ہے کہ او قیامت دیاں نشانیاں چ ایک نشانی نے، یہ بارے حدیث بھی آمدی ہے۔ تو مراد قیامت تے تسی خود ہی لے لیا نا، قیامت دی نشانی نے عیسیٰ علیہ السلام، قیامت نہیں ہے۔ قیامت دی نشانی نے مطلب ساتھ تو تسی کتنا نے استنباط۔ اچھا بڑا انٹرسٹنگ موضوع ہے، لیکن میرے کو صرف 15 منٹ رہ گئے نے تے او کی جانا چاہیے، بہت زیادہ ہوندے نے۔ نہیں او میں تسی شعیب راجہ بھائی تے تسی آپس وچ رابطہ کر لو تے او میرا خیال ہے نہیں ہونے آنا کہ اندے بس ہماری اچھا تے گل یہ ہے کہ کی نہیں آنا ہے ایک مرزائی سی تے ایویں اوتھے انہاں نال نہ کرے۔ مرزائی نہیں، اصل دے وچ چوہان صاحب پاکستان تو پسے ہوئی قوم، وہ ایتھے ٹک ٹاک دے اوتے انہاں دا دل کردا ہے مسلماناں نوں کچیاں کھا گئی ہے۔ واللہ نکے مرزائی تو لے کے بڈھے مرزائی تے اتنا زہر انہاں دے اندر پڑے۔ بالکل تسی چوہان صاحب یقین کرو گے زکریا مرزائی جنہوں سال ہر سال تسی واٹس ایپ تو ٹیلی گرام تو جاننے ہیں، کل یا پرسوں صبح دی گل ہے کہ میری فیملی دے بارے اینے گندے بکواس کر رہے سی تے بیٹھ کے۔ ڈاکٹر زکریا، جی 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 استغفار، حد ہوئی۔ میں حیران ہو گیا، ایس بڈھے نو قبر یاد نہیں، حیا نہیں کہ میں کی بکواس کرن لگے ہوں، لیکن وہ جس ویلے بھی انہوں نے پیتی ہوں انہوں دا گٹر ابلن لگ پیندا، جس ویلے ہوش نہیں ہوندے تو اندر دا جڑا ویسے تے منہ دے اوتے ایک نقاب چڑھایا نا، لیکن جس ویلے کیرے گھٹ لائی ہوندی ہے تے پھر اندر دا گٹر ابلدا تے پھر آندے نے انہاں مسلماناں نوں انہاں دی بھین دی انہاں دی ماں نے انہاں گل نہ کرن دیو، اینوں تھلے سٹ میوٹ کر، اینوں کلوز کرا، اینوں جُتیاں جبا تھلے با کے گل کرے، اے انہاں دے اندر او کیڑے اس طرح ہی ایک مرزائی ہے تو امریکہ ہوندا ہے تو سیب بھائی نال کرے
ਇਸ ਤਰ੍ਹਾਂ ਹੀ ਫੋਨ ਇਹਦੇ ਉੱਤੇ ਟਿਕਟਾਕ ਦੇ ਉੱਤੇ ਕਿਤੇ ਕੱਲ ਪਰਸੋਂ ਬਹਿਸ ਹੋ ਗਈ, ਕਹਿੰਦਾ ਸਾਹਮਣੇ ਆਮਣੇ ਗੱਲ ਕਰ ਲਓ, ਅੱਛਾ ਸਾਹਮਣੇ ਆ ਜਾ। ਉਹ ਕੋ ਟਾਈਮ ਅੱਜ ਦਾ ਉਹਨਾਂ ਤੈਅ ਕੀਤਾ ਪਹਿਲਾਂ, ਤੇ ਬਾਅਦ ਵਿੱਚ ਫਿਰ ਛੁੜਕਣ ਲੱਗ ਪਿਆ ਤੇ ਆਂਦਾ ਨਹੀਂ ਉੱਥੇ ਕੀ ਕਰੀਏ, ਉੱਥੇ ਇਹਨਾਂ ਦੀ ਮਸਜਿਦ ਹੈ। ਪਹਿਲਾਂ ਤਾਂ ਗੱਲ ਕਰਨ ਲੱਗੇ ਨਹੀਂ ਸੀ ਪਤਾ ਉੱਥੇ ਮਸਜਿਦ ਇਹਨਾਂ ਦੀ ਉਹੀ ਨਾ। ਉਸ ਵੇਲੇ ਕੁੱਟ ਲਾਈ ਸੀ, ਨਸ਼ਾ ਕੀਤਾ ਸੀ। ਬਾਅਦ ਚ ਜਿਸ ਵੇਲੇ ਪਤਾ ਲੱਗਿਆ ਵੀ ਉੱਥੇ ਮੁਸਲਮਾਨ ਹੋਣਗੇ, ਮਸਜਿਦ ਹੋਏਗੀ, ਤੇ ਉਹ ਨਾ ਮੈਨੂੰ ਫੜ ਕੇ ਪਿੰਜਣ। ਹਾਂ ਤੇ ਹੁਣ ਆਂਦਾ ਮੈਨੂੰ ਉੱਥੋਂ ਕੋਈ ਲੈਟਰ ਬਣਵਾ ਕੇ ਦੇ ਤਾਂ ਮੈਂ ਆਵਾਂ, ਤਾਂ ਗਰੰਟੀ ਮੰਗਦਾ ਫਿਰਦਾ। ਤੈਨੂੰ ਪਹਿਲੇ ਕਿਹਨੇ ਕਿਹਾ ਸੀ ਬਈ ਜੇ ਤੂੰ ਆਉਣ ਵਾਸਤੇ? ਜੀ ਜੀ। ਨਹੀਂ, ਇਹ ਮਿਰਜ਼ਾਈਆਂ ਦੇ ਵਿੱਚ ਬੜੀ ਸਖਤ ਸ਼ਿੱਦਤ ਪਸੰਦ ਕੌਮ ਹੈ, ਬਹੁਤ ਜ਼ਿਆਦਾ। ਇੰਨੀ ਨਫ਼ਰਤ ਇਹਨਾਂ ਦੇ ਦਿਲ ਦੇ ਵਿੱਚ ਭਰੀ ਹੈ, ਵੱਲਾ ਇਹਦੀ ਗਵਾਹ ਤੁਸੀਂ ਵੀ ਹੋ। ਤੁਸੀਂ ਮੈਨੂੰ ਇੱਕ ਹਾਂ ਬਿਲਕੁਲ, ਮੈਂ ਤੇ ਉਹਨਾਂ ਦੇ ਵਿੱਚੋਂ ਨਿਕਲਿਆ, ਮੈਨੂੰ ਪਤਾ ਹੈ ਸਾਰਾ। ਹਾਂ ਕਿ ਬਚਪਨ ਤੋਂ ਲੈ ਕੇ ਇੰਨੀ ਨਫ਼ਰਤ ਭਰੀ ਜਾਂਦੀ ਮੁਸਲਮਾਨਾਂ ਦੇ ਖਿਲਾਫ, ਇਸ ਤਰ੍ਹਾਂ ਉਹਨਾਂ ਦੀ ਗਰੂਮਿੰਗ ਕੀਤੀ ਜਾਂਦੀ ਹੈ ਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਕਾਬਿਲ ਨਫ਼ਰਤ ਕੌਮ ਮੁਸਲਮਾਨਾਂ ਨੂੰ ਬਣਾ ਕੇ ਉਹਨਾਂ ਦੇ ਅੱਗੇ ਪੇਸ਼ ਕੀਤਾ ਜਾਂਦਾ। ਯਾਨੀ ਉਲਮਾ ਦੇ ਖਿਲਾਫ ਇਤਨੀ ਨਫ਼ਰਤ ਹੈ। ਮੇਰਾ ਮਤਲਬ ਹੁਣ ਮੈਂ ਉਲਮਾ ਨੂੰ ਸੁਣਨਾ, ਕਈ ਐਸੇ ਨੇ ਬੜੀ ਅੱਛੀਆਂ ਗੱਲਾਂ ਕਰਦੇ ਨੇ, ਇਹ ਮਤਲਬ ਵੀ ਸਾਰਿਆਂ ਨੂੰ ਇੱਕੋ ਹੀ ਕਹਿ ਦੇਣਾ ਕਿ ਜੋ ਸਾਰੇ ਇਹੋ ਜਿਹੇ ਨੇ ਤੇ ਫਲਾਨਾ ਇਹਦੇ ਖਬਾਸਤ ਹੈ। ਉਹ ਇਹੋ ਜਿਹੀਆਂ ਖਬਾਸਤਾਂ ਤੇ ਉਹ ਮਰਜ਼ਾਈ ਮੁਰੱਬੀ ਵੀ ਕਰਦੇ ਨੇ। ਫਿਰ ਅਗਰ ਤੁਸੀਂ ਇਹ ਕਹਿੰਦੇ ਇਤਨਾ ਗੰਦ ਉਹ ਬਕਵਾਸ ਕਰਦੇ ਨੇ। ਮੈਂ ਦੋ ਹੀ ਕੌਮਾਂ ਵੇਖੀਆਂ ਨੇ ਮੁਸਲਮਾਨਾਂ ਦੇ ਖਿਲਾਫ ਇੰਨੀਆਂ ਤਸ਼ੱਦਦ ਵਾਲੀਆਂ, ਇੱਕ ਤੇ ਯਹੂਦੀ, ਉਹ ਮੁਸਲਮਾਨਾਂ ਦੇ ਉਹਨਾਂ ਦੇ ਵੀ ਇਦਾਂ ਦੇ ਬੱਚੇ ਬਚਪਨ ਤੋਂ ਹੀ ਗਰੂਮਿੰਗ ਹੁੰਦੀ ਹੈ। ਇੱਕ ਦਿਨ ਮੈਂ ਵੇਖ ਰਿਹਾ ਸੀ ਵੀਡੀਓ ਉਹਨਾਂ ਦੀ ਕਲਾਸਾਂ ਚ, ਉਹਨਾਂ ਨੂੰ ਕਿੱਦਾਂ ਦੀ ਤਰਬੀਅਤ ਦਿੱਤੀ ਜਾ, ਤੇ ਇੱਕ ਹੈ ਮਿਰਜ਼ਾਈ ਕੌਮ, ਬਚਪਨ ਤੋਂ ਹੀ ਇਹਨਾਂ ਦੇ ਖਿਲਾਫ ਮੁਸਲਮਾਨਾਂ ਦੇ ਬਾਰੇ ਗੰਦ ਭਰਿਆ ਜਾਂਦਾ ਕਿ ਇਹਦੇ ਬਹੁਤ ਬੁਰੇ। ਕਿਉਂਕਿ ਹੁਣ ਮੈਂ ਸੋਚਣਾ ਨਾ ਕਿ ਬੜੀ ਨਫ਼ਰਤ, ਔਰ ਸਾਡਾ ਮੌਜੂ ਅਕਸਰ ਹੁੰਦਾ ਸੀ ਮੁਸਲਮਾਨਾਂ ਨੂੰ ਉਹਨਾਂ ਦਾ ਮਜ਼ਾਕ ਉਡਾਉਣਾ ਔਰ ਉਹਨਾਂ ਦੀ ਤਹਿਕੀਰ ਕਰਨਾ। ਇਸ ਚੀਜ਼ ਤੋਂ ਅਸੀਂ ਬੜੇ ਖੁਸ਼ ਹੁੰਦੇ ਸੀ ਉਸ ਵੇਲੇ, ਤੇ ਉਹ ਸ਼ੁਰੂ ਤੋਂ ਹੀ ਸਾਡੇ ਦਿਮਾਗ ਦੇ ਵਿੱਚ ਇਹ ਚੀਜ਼ਾਂ ਪਾਈਆਂ ਗਈਆਂ। ਉਹ ਫਲਾਣੇ ਨੂੰ ਸੁਣਨਾ, ਅਲਾਮਾ ਇਕਬਾਲ ਨੂੰ ਨਹੀਂ ਸੁਣਨਾ, ਉਹ ਕਿਸੇ ਦੂਸਰੇ ਸ਼ਾਇਰ ਦੀ ਗੱਲ ਨਹੀਂ ਕਰਨੀ, ਕਿਸੇ ਅਦੀਬ ਦੀ ਗੱਲ ਨਹੀਂ ਕਰਨੀ, ਉਹ ਤੇ ਇਹੋ ਜਿਹੀ ਸੀ, ਉਹ ਤੇ ਇਹੋ ਜਿਹੀ ਸੀ। ਉਹ ਬਾਅਦ ਵਿੱਚ ਪਤਾ ਚੱਲਿਆ ਕਿ ਉਹ ਬੜੀਆਂ ਬੜੀਆਂ ਖੂਬਸੂਰਤ ਗੱਲਾਂ ਲੋਕਾਂ ਨੇ ਲਿਖੀਆਂ ਹੋਈਆਂ, ਲੇਕਿਨ ਉਹ ਜਦੋਂ ਤੁਹਾਡੇ ਦਿਮਾਗ ਤੇ ਟੋਪਾ ਪਾ ਦਿੱਤਾ ਜੇ, ਫਿਰ ਤੇ ਤੁਹਾਨੂੰ ਕੁਛ ਨਜ਼ਰ ਨਹੀਂ ਨਾ ਆਉਂਦਾ, ਬੰਦ ਹੋ ਜਾਂਦਾ ਦਿਮਾਗ। ਉਸੇ ਤਰੀਕੇ ਨਾਲ ਮੁਸਲਮਾਨਾਂ ਦੇ ਖਿਲਾਫ, ਉਲਮਾ ਦੇ ਖਿਲਾਫ ਸਖਤ ਨਫ਼ਰਤ ਹੈ। ਇਸ ਤਰ੍ਹਾਂ ਹੀ। ਅੱਛਾ ਆਮਰ ਭਾਈ, ਇਹ ਜਿਹੜੀ 33 ਨੰਬਰ ਹੈ ਸੂਰਾ ਜ਼ੁਖਰਫ ਦੀ, ਕਿ ਵਲੌਲਾ ਅਨ ਯਕੂਨ الناس ਉਮਮਤਨ ਵਾਹਿਦਤਨ ਲਜዐਲਨਾ ਲਿਮਨ ਯਕਫੁਰੂ ਬਿਰਰahਮਾਨ ਲਿਬਯੂਤਿഹിം سقفا من فضة ومعارج علیہا یظہرون। اور اگر یہ بات نہ ہوتی کہ تمام لوگ ایک ہی طریق پر ہو جائیں گے تو رحمان کے ساتھ کفر کرنے والوں کے گھروں کی چھتوں کو ہم چاندی کی بنا دیتے اور زینوں کو جن پر چڑھا کرتے۔ یعنی یہ دکھی ہے کہ جڑے خدا تعالیٰ دے، یعنی اگر یہ ڈر نہ ہوندا کہ سارے ہی کافر ہو جان گے، تو جڑے کافر نے یا رحمان نہ کفر کر دے، انہاں دے گھر نوں اسے سونے چاندی دے بنا دیندے۔ یہی مطلب ہے۔ ਮੈਂ ਬਲਾਲ ਭਾਈ ਤੁਹਾਡੀ ਗੱਲ ਸੁਣ ਨਹੀਂ ਸਕਿਆ ਸਾਰੀ ਨਾ, ਮੈਂ ਦੂਜੇ ਪਾਸੇ ਕੋਈ ਮੈਸੇਜ। मैं क्या अगर 33 नंबर आए थे कि अगर ये बात ना होती कि तमाम लोग एक ही तरीक पर हो जाएंगे तो रहमान के साथ कुफर करने वालों के घरों की छतों को हम चांदी की बना देते और जीनों को भी जिन पर चढ़ा करते। यानी ਇਹਦਾ ਕੀ ਮਤਲਬ ਹੈ ਕਿ ਇਹ ਡਰ ਨਾ ਹੁੰਦਾ ਸਾਨੂੰ ਕਿ ਸਾਰੇ ਲੋਕ ਹੀ ਕੁਫਰ ਚ ਪੈ ਜਾਣਗੇ ਤੇ ਅਸੀਂ ਜਿਹੜੇ ਕਾਫਰ ਨੇ ਉਹਨਾਂ ਦੇ ਘਰਾਂ ਨੂੰ, ਛੱਤਾਂ ਨੂੰ, ਤੇ ਮਤਲਬ ਅਜ਼ਾਬ ਦੇ ਤੌਰ ਤੇ ਉਹਨਾਂ ਦੇ ਘਰਾਂ ਨੂੰ ਚਾਂਦੀ ਤੇ ਸੋਨੇ ਦਾ ਬਣਾ ਦਿੰਦੇ ਤਾਂ ਕਿ ਉਹਦੇ ਚ ਪਏ ਰਹਿਣ। ਇਹ ਮਤਲਬ ਇਹਦਾ। ਜਿਹੜੀ 32 ਨੰਬਰ ਆਏ ਤੇ ਉਹਦੇ ਚ ਨਾ ਇਹ ਅਲਫਾਜ਼ ਕੇ 33 यानी है तो मतलब बड़ा खतरनाक जो निकलता है। तमाम इंसान एक ही तरीके को हो जाएंगे तो जो लोग खुदा रहमान के मुनकर हम उनके लिए घरों की छतें भी चांदी की बना देते, वो सीढ़ियां भी जिन पर वो चढ़ते हैं। यानी उन्होंने दुनिया ਦੀਆਂ ਜਿਹੜੀਆਂ ਜ਼ੀਨਤਾਂ ਨੇ ਉਹ ਇੰਨੀਆਂ ਅਤਾ ਕਰ ਦਿੰਦੇ, ਲੇਕਿਨ ਮਸਲਾ ਇਹ ਸੀ ਕਿ ਅਗਰ ਇੰਨੀ
ਅੰਨੀ ਬਾਰਿਸ਼ ਹੋ ਜਾਂਦੀ ਉਹਨਾਂ ਤੇ ਸਾਰੇ ਲੋਕ ਜਿਹੜੇ ਨੇ ਉਹ ਫਿਰ ਇਸ ਕੁਫਰ ਦੀ ਰਾਹ ਤੇ ਚੱਲ ਪੈਂਦੇ। ਯਾਨੀ ਅਸੀਂ ਉਹਨਾਂ ਨੂੰ ਦੁਨੀਆ ਦਾ ਸਮਾਨ ਦੇ ਦਿੰਦੇ ਇਹੋ ਜਿਹੇ ਕਾਫਰਾਂ ਨੂੰ ਵੀ ਪਏ ਰਹਿਣ ਇਸ ਗੰਦ ਦੇ ਵਿੱਚ। ਹਾਂਜੀ ਇੱਥੇ ਲੋਕ ਜਿਹਦੇ ਕੋਲ 4 ਪੈਸੇ ਆਉਂਦੇ ਕਹਿੰਦੇ ਆ ਜਾ ਮੈਨੂੰ ਫਜ਼ਲੀ ਰੱਬ ਲੈ ਦਰਵਾਜ਼ਿਆਂ ਤੇ ਲਿਖਾਇਆ ਮੈਨੂੰ ਫਜ਼ਲ ਹਾਜ਼ਰ ਮੈਨੂੰ ਫਜ਼ਲੇ ਰੱਬ। ਜੀ। ਅੱਛਾ ਅਗਲੀ ਆਇਤ ਵੀ ਜੀ ਅਗਲੀ ਆਇਤ ਵਿੱਚ ਵੀ ਜੇ 35 ਚ ਵੀ 34 ਚ ਲਿਖਿਆ है वाली बियूतिहिम अबवाबन व सुररन अलैहिम यत्तकीऊन, और उनके घरों के दरवाजे और तख्त भी जिन पर वो तकिया लगा लगा कर बैठते, यानी वो भी चांदी दे, व ज़ुखरुफा और सोने के, व इन कुल्लु ज़ालिका लम्मा मताउल हयातिद दुनिया वल आखिरतु इंदा रब्बिका लिल मुत्तकीन, और सोने के भी, और अब ये सब कुछ यूं ही सा दुनिया की जिंदगी का फायदा है। यानी घर उन्होंने तकीए ते उन्होंने दरवाजे ते उन्होंने तख्त सोने ते चांदी ते अल्लाह ताला फरमांदे ने बयान बना देना। वाह भाई वाह। ते इत्थे साडे को वेखदे ते उन्हें कहना वाह जी वरना ते बड़ा अल्लाह दा फजल है, असीं भी इन्हां दे मगर ही चलीए। तौबा। अच्छा भाई क्यों मुस्लिम साहब हेलो जी आदाब। ਤੁਹਾਨੂੰ ਮੈਂ ਤਾਂ ਬੁਲਾਇਆ, ਸਤਿ ਸ੍ਰੀ ਅਕਾਲ, ਤੁਹਾਨੂੰ ਮੈਂ ਤਾਂ ਬੁਲਾਇਆ। ये गैर मुसलमान की ग्रीटिंग से ना दिया करो। देखो तुम एक पासे ਆਦਾਬ ਕਿਹਦੀ ਗ੍ਰੀਟਿੰਗ ਹੈ? आदाब मुसलमाना दी मेरे ने शर्त ला लिया तुसी। नहीं दसो ना कि कुरान आदाब उर्दू च कहना मुसलमान मुसलमाना ने ये ग्रीटिंग दे तुसी सत श्री अकाल ते नमस्ते कह रहे हो। मैं पूछ रहा भी कुरान च आंदी कि देश च आंदी आदाब? नहीं आदाब कहना ये मैनू दसो ये किसी गैर मुस्लिम दी ग्रीटिंग दे तुसी साबित करो कि केड़े मजहब दे लोग कहंदे ने, मुसलमान नहीं कहंदे। मेरा सवाल है नहीं है कि क्या आदाब कहना ये कुरान च हदीस च या सहाबा ने कीता है या आइमा ने कीता है, कित्थों लिया जा आदाब? नहीं ए जेड़ा सुबह खैर कहना ये कुरान च या हदीस च मेरे दसो ये किथे सुबह खैर सुबह कहंदे बखैर ने। ते फिर हाँ सुबह बखैर ते फिर भी एक दुआ है, ਉਹਦੇ ਵਿੱਚ ਕਮ ਸੇ ਕਮ ਇੱਕ ਦੁਆ ਹੈ ਕਿ ਅੱਲਾ ਤੇਰੀ ਖੈਰ ਦੀ ਸਵੇਰ ਜਾਂ ਖੈਰ ਦੀ ਰਾਤ ਹੋਵੇ, ਤੇ ਉਹ ਤੇ ਇੱਕ ਦੁਆ ਹੈ, ਰਾਤ ਖੈਰ ਦੀ ਗੁਜ਼ਰੇ ਜਾਂ ਸਵੇਰ ਖੈਰ ਦੀ ਹੋਵੇ, ਇਹ ਤੇ ਇੱਕ ਦੁਆ ਹੈ। ਇਹ ਆਦਾਬ ਜਿਹੜਾ ਹੈ ਆਦਾਬ ਇਹ ਕੀ ਹੈ? आदाब दा बारे ਤੁਹਾਨੂੰ नहीं पता ये अदब दे तरीके नाल दूसरे ਨੂੰ ग्रीटिंग दे रहे हैं। ओ हेलो मैं ये तरीके नाल इस्लामी तरीका आप कहना इस्लामी तरीका तो नहीं ना। ਇਹ ਕਿੱਥੇ ਲਿਖਿਆ? ਕੁਰਾਨ ਚ ਲਿਖਿਆ ਹੈ, ਦੇਸ਼ ਚ ਲਿਖਿਆ ਹੈ? अदब अरबी जुबान दा लफ्ज है अदब दी जमा है आदाब। ਆ ਤੇ ਅਰਬੀ ਜ਼ੁਬਾਨ ਦਾ ਹੈ। ਇਹਦਾ ਮਤਲਬ ਕਿ ਮੈਂ ਤੁਹਾਡੇ ਨਾਲ ਅੱਛੇ اخلاق ਨਾਲ ਪੇਸ਼ ਆ ਰਿਹਾ, ਅੱਛੀ ਤਮੀਜ਼ ਦੇ ਦਾਇਰੇ ਚ ਰਹਿ ਅਹਿਲੇ ਅਰਬ ਨੇ ਕੇ ਕਦੇ ਮੁਨਾਸਬ ਰਵਈਏ ਨਾਲ ਮੈਂ ਇੱਕ ਤੁਹਾਡੇ ਸਾਹਮਣੇ ਪੇਸ਼ ਆ ਰਿਹਾ। ਮੈਂ ਕਹਿੰਦਾ ਅਗਰ ਅਰਬੀ ਦਾ ਲਫ਼ਜ਼ ਹੈ ਤੇ ਅਹਿਲੇ ਅਰਬ ਨੇ और बिलखसूस नबी अलैहिस्सलाम ने या आपके साहबा ने आदाब कह के कदे किसी ने ग्रीटिंग की थी? आमिर नदीर साहब आदाब ही ਤੁਹਾਨੂੰ ਇਤਰਾਜ਼ ਕੀ ਹੈ ਮੈਨੂੰ ਇਹ ਦੱਸੋ। ਉਹ ਚਲੋ ਛੱਡੋ ਜੀ। इन्नहु लाइल्मुस लिस्सा तुसी गल कर रहे थे ना, ते मिर्जा साहब लिखते हैं फिर कहते हैं ईसा की निस्बत है कि इन्नहु लाइल्मुल लिस्सा, जिन लोगों की ये कुरान दानी है उनसे डरना चाहिए। नीम मुल्ला खतरा ईमान। ए भले मानसो, क्या आ हज़रत सल्लल्लाहु अलैहि वसल्लम इल्मुल लिस्सा नहीं थे जो फरमाते हैं कि बोसा अना वसाता कहातैन, और खुदा ताला फरमाता है इक्तराबत साअतु वनशक्कल कमरा। ये कैसी बदबूदार नादानी है जो इस जगह लफ्ज़ साथ से क़यामत समझते हैं। अब मुझसे समझो कि साथ से मुराद इस जगह वो अदाब है जो हज़रत ईसा अलैहिस्सलाम के बाद तैतूस रूमी के हाथ से यहूदियों पर नाज़िल हुआ था, और ख़ुद खुदा ताला ने कुरान शरीफ में सूरह बनी इसराइल में इस साथ की खबर दी है। इसी आयत की तशरीह इस आयत में है, मसलन बनी इसराइल, यानी ईसा के वक्त सख्त अजाब से क़यामत का नमूना यहूदियों को दिया गया और उनके लिए वो साथ हो गई। कुरानी मुहावरा के रूह से साथ अजाब ही को कहते हैं। सो खबर दी गई थी कि यह साथ हज़रत ईसा के इनकार से यहूदियों पर नाजिल होगी, बस वो निशान ज़हूर में आ गया और वो साथ यहूदियों पर नाजिल हो गई। चौहान साहब ये ਜਿਹੜੀ ਤੁਸੀਂ ਗੱਲ ਪੜ੍ਹੀ ਹੈ, हाँ ਤੁਹਾਨੂੰ ਪੜ੍ਹਦਿਆਂ ਅਹਿਸਾਸ ਨਹੀਂ ਹੁੰਦਾ ਵੀ ਮਿਰਜ਼ਾ ਸਾਹਿਬ ਕਿੱਧਰ ਜਾ ਰਹੇ ਨੇ, ਕਿੱਥੋਂ ਗੱਲ ਟੋਰੀ ਨੇ ਤੇ ਕਿੱਧਰ ਲੈ ਗਏ? ਬਈ ਇਹ ਆਇਤਾਂ ਨੇ ਪਿੱਛੋਂ ਇਹਨਾਂ ਦਾ ਇੱਕ ਸਿਆਕੋ ਸਬਾਕ ਹੈ,
ਈਸਾ अलैहिस्सलाम ਦੀ ਗੱਲ ਹੋ ਰਹੀ ਹੈ ਕਿ ਜਦੋਂ ਈਸਾ अलैहिस्सलाम ਦਾ ਜ਼ਿਕਰ ਹੁੰਦਾ ਹੈ ਤੇ ਤੁਹਾਡੀ ਕੌਮ ਝਗੜਾ ਸ਼ੁਰੂ ਕਰ ਦਿੰਦੀ, ਰੋਲਾ ਪਾਉਣ ਲੱਗ ਪੈਂਦੀ। ਇਹ ਪੂਰਾ ਇੱਕ ਬੈਕਗ੍ਰਾਉਂਡ ਹੈ। ਉਹਦੇ ਬੈਕਗ੍ਰਾਉਂਡ ਦੇ ਵਿੱਚ ਅੱਲਾਹ ਤਾਲਾ ਨੇ ਇਹ ਗੱਲ ਬਿਆਨ ਕੀਤੀ ਹੈ ਕਿ ਉਹ ਕਿਆਮਤ ਦੀਆਂ ਨਿਸ਼ਾਨੀਆਂ 'ਚ ਇੱਕ ਨਿਸ਼ਾਨੀ। ਇਹ ਜਿਹੜੀਆਂ ਗੱਲਾਂ ਮਿਰਜ਼ਾ ਸਾਹਿਬ ਨੇ ਕਿ ਬਨੀ ਇਸਰਾਇਲ ਤੇ ਪਤਾ ਨਹੀਂ ਕਿੱਧਰੋਂ ਉਹ ਯਹੂਦੀ ਕਿੱਥੋਂ ਆ ਗਏ, ਇਹ ਕੀ ਮਿਰਜ਼ਾ ਸਾਹਿਬ, ਇਹ ਤਫਸੀਰ ਹੈ। ਇਹ ਤੇ ਬੜੀ ਖੂਬਸੂਰਤ ਤਫਸੀਰ ਹੈ ਬਹੁਤ ਖੂਬਸੂਰਤ। ਕਿ ਸਾਖ ਦਾ ਮਤਲਬ ਹੈ ਕਿ हजरत ईसा अलैहिस्सलाम के नाल जो सलूक कीता सी यहूदियां ने ओदा अज़ाब फिर उन्हां ते नाज़िल होया। मैं अल्लाह दी कसम खा के कहना कि शेख बटालवी ने सही आख्या सी। उन्हें आख्या भी 10 बंदे उलमा बहाल लैने आ ते जेहड़ी तुसां अरबी अपनी अरबी दानी चलाई है ना, जे उन्हां उल्टियां ना कीतियां, मैं उन्हें दस की तुसी 1000 उलमा भी लाया ते उन्होंने उल्टियां भी करनी सी ते उन्होंने पोटियां भी लग जानी। अल्लाह दी कसम है उन्हां दा इल्म अल्लाह वालों नहीं ना मिलिया। तफसीर सुन के जेहड़ी तुसां बयान कीती है मैनू उल्टी भी आंदी से। मैं शोएब राजा नूं कहंदा वे गल कित्थों टुरी चली कित्थे वे। हां ये जाहिर है कि तुहाडे लोकां नूं तुहाडे वास्ते नहीं है इल्म कि तुसी ਤੁਹਾਡੀਆਂ ਸਮਝਾਂ ਹੀ ਜਿਹੜੀਆਂ। ਸਾਹਿਬ ਕੀ ਸਵਾਲ ਸੀ ਪੁੱਛੋ ਨਾ, ਜ਼ਰਾ ਦੱਸੋ ਨਾ ਕੀ ਸਵਾਲ ਸੀ, ਕੋਈ ਕਹਿੰਦੇ ਸੋ। ਹਾਂ ਸਵਾਲ ਮੈਂ ਤੁਹਾਡੇ ਨਾਲ ਕਰਨਾ ਸੀ ਕਿ ਸੂਰਾ ਨਿਸਾ ਹੈ ਤੁਹਾਡੇ ਕੋਲ? ਸੂਰਾ ਨਿਸਾ ਹੁਣ ਖੋਲ ਲੈਣੀ, ਕੀ ਆਇਤ ਨੰਬਰ ਹੈ? 150 ਸੂਰਾ ਅਲ ਨਿਸਾ वर्स 150 उर्दू ट्रांसलेशन। ਇਹ ਆਈ ਹੈ ਜੀ ਦਾਵਤ ਇਸਲਾਮ। ਇਹਨਾਂ ਦਾ ਤਰਜਮਾ ਚੱਲੇਗਾ? ਸਭ ਦਾ ਚੱਲੇਗਾ ਤਰਜਮਾ। ਮੈਨੂੰ ਤੇ ਤਰਜਮੇ ਤੇ ਕੋਈ ਖਾਸ ਇਤਰਾਜ਼ ਕਿਹੜੇ ਮਾਮੂਲੀ ਜਿਹਾ ਫਰਕ ਹੁੰਦਾ ਹੈ ਨਾ, ਤਰਜਮੇ ਦਾ ਫਰਕ ਨਹੀਂ ਹੁੰਦਾ। वो लोग जो अल्लाह और उसके रसूलों को नहीं मानते और चाहते हैं कि अल्लाह और उसके रसूलों में फ़र्क करें और कहते हैं हम किसी पर तो ईमान लाते हैं और किसी का इनकार करते हैं और चाहते हैं कि ईमान और कुफर के बीच में कोई राह निकालें। ਅੱਗੇ ਅਗਲੀ ਆयत। अच्छा 151 भी पढ़िए। ਹਾਂ एक सेकंड। ਇਹਨਾਂ ਹੀ ਲੋਕਾਂ ਦੇ ਉੱਤੇ ਅੱਗੇ ਫਤਵਾ ਦਿੱਤਾ ਗਿਆ ਨਾ ਅਗਲੀ ਆयत ਵਿੱਚ। 151 अगली आयत का तर्जमा तो यही लोग पक्के काफिर है और हम इन काफिरों के लिए जिल्लत का अजाब तैयार कर रखा है हमने। ਬਸ ਠੀਕ ਹੋ ਗਿਆ। ਇਹ ਹੁਣ ਕੀ ਆयत ਦੇ ਵਿੱਚ ਆਪਣੇ ਲਫ਼ਜ਼ਾਂ ਚ ਇਹਨੂੰ ਬਿਆਨ ਕਰੋ। ਹਾਂ ਤੇ ਕੀ ਪਹਿਲੀ ਆयत ਚ ਕੀ ਆਖਿਆ ਗਿਆ ਤੇ ਅਗਲੀ ਦੂਜੀ ਚ ਕੀ ਆਖਿਆ ਗਿਆ? पहली आयत में ये लिखा गया कि वो लोग जेड़े अल्लाह और उसने रसूलों की नहीं मनने, यानी कि अल्लाह की भी नहीं मनने और अल्लाह ने जेड़े रसूल है उन्हां की भी नहीं मनने और चाहने। मैं पंजाबी च करो, पोठवारी च नहीं। मैं आख्या भी पोठवारी अल्लाह की नहीं मनने। अच्छा ये पटवारी है। आहो सीधी पंजाबी च गल कर लो या उर्दू च गल कर लो, तो लेकिन अपने लफ्ज़ां च करो। हाँ तो मैं कह रहा कि वो लोग जेड़े अल्लाह नू नहीं मनते ते अल्लाह दे रसूलां नू नहीं मनते, ठीक है, और चाहते ने की चाहते ने कि अल्लाह और उसके जेड़े रसूल है ना, अल्लाह ते अल्लाह दे रसूलां च कोई फर्क नहीं करने, ठीक है। फिर कहते ने कि हम किसी पर तो ईमान लाते हैं। ਉਹ ਤੂੰ ਵੇਖ ਕੇ ਨਹੀਂ ਕਰੀਦਾ। ਜਦੋਂ ਇੱਕ ਵਾਰੀ ਪੜ੍ਹ ਲਈ ਆਇਤ ਇਹਨੂੰ ਆਪਣੇ ਲਫ਼ਜ਼ਾਂ 'ਚ ਅੱਖਾਂ ਬੰਦ ਕਰਕੇ ਬਿਆਨ ਕਰੋ। अच्छा अच्छा ये उन लोगों के बारे च आए थे कि जेड़े अल्लाह और उसके रसूलां की नहीं मनते ते अल्लाह ते अल्लाह दे रसूलां विच फर्क करते ने और फिर की कहते ने कि असा ईमान लाए और किसी ने इनकार भी नहीं किया। समझ ये दो गल्लां इहदे विच मतलब ज़ाहिर हो रही ने। ਨਮਾਜ਼ ਪੜ੍ਹ ਕੇ ਅਜ਼ਾਨ ਹੋਣ ਲੱਗੀ। ਹਾਂ ਇਹਦੇ ਦੋ ਗੱਲਾਂ ਜ਼ਾਹਿਰ ਹੋ ਰਹੀਆਂ ਨੇ ਨਾ। ਹਾਂ ਦੂਜੀ ਗੱਲ ਕੀ ਹੈ? ਇੱਕ ਤੇ ਉਹ ਕਹਿ ਰਹੇ ਨੇ ਕਿ ਅੱਲਾਹ ਤੇ ਉਸਨੇ ਰਸੂਲਾਂ ਕੀ ਨਹੀਂ ਮੰਨਦੇ, ਠੀਕ ਹੈ, ਇਸ ਆਇਤ 'ਚ ਇਹ ਕਿਹਾ ਗਿਆ। ਓਕੇ ਫਿਰ ਦੂਜੀ ਗੱਲ ਕਹਿਣੇ ਨੇ ਉਸ ਅੱਲਾਹ ਤੇ ਅੱਲਾਹ ਨੇ ਰਸੂਲਾਂ ਵਿੱਚ ਫਰਕ ਕਰਨੇ ਨੇ। ਦੋ ਹੋ ਗਈਆਂ ਤੇ ਤੀਜੀ? ये तीजी ये है कि हम किसी पर ईमान लाते हैं और किसी का इनकार करते हैं। फिर आखिरी गल ये कहते ने कि ईमान ते कुफर ने दरमियान में कोई होर तीसरा रास्ता निकाला। ठीक है, ये चार गल्लां हो गई फिर जी। ये चार गल्लां बारे फिर अगली आयत च अल्लाह ताला ने कहा कि जेड़े इस तरह दी गल्लां करदे ने ये लोग कौन ने? एक पक्के काफर ने और इन्हां काफरां वास्ते असी
ਇੱਕ ਜ਼ਲੀਲ ਕਰਨ ਵਾਲਾ ਜ਼ਿਲਤ ਵਾਲਾ ਅਜ਼ਾਬ ਤਿਆਰ ਕਰਕੇ ਰੱਖੇ ਹੈ ਜਿਹੜੇ ਇਸ ਤਰ੍ਹਾਂ ਦੀ ਹਰਕਤਾਂ ਕਰਦੇ ਇਹ ਨੇ। ਗੱਲ ਸਮਝ ਆ ਗਈ ਕਿ ਜਿਹੜਾ ਅੱਲਾ ਦੇ ਕੁਝ ਰਸੂਲਾਂ ਨੂੰ ਮੰਨੇ ਤੇ ਕੁਝ ਦਾ ਇਨਕਾਰ ਕਰੇ ਤੇ ਉਹ ਕੀ ਹੁੰਦਾ ਹੈ? ਪੱਕੇ ਕਾਫਰ ਹੁੰਦੇ ਨੇ। ਪੱਕੇ ਕਾਫਰ ਹੁੰਦੇ ਨੇ। ਹੁਣ ਜਿਹੜੇ ਬੰਦੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਰਸੂਲ ਮੰਨਦੇ ਨੇ, ਨਬੀ ਮੰਨਦੇ ਨੇ, ਰਸੂਲ ਮੰਨਦੇ ਨੇ, ਅਗਰ ਉਹ ਸਾਨੂੰ ਮੁਸਲਮਾਨ ਆਖਣ, ਨਹੀਂ ਇਹਦੇ ਵਿੱਚ ਇਹ ਤਾਂ ਨਹੀਂ ਲਿਖਿਆ ਨਾ, ਉਹ ਕਹਿੰਦੇ ਰਸੂਲਾਂ ਨੂੰ ਨਹੀਂ ਮੰਨਦੇ। ਜਿਹੜੇ ਇਹ 150 ਆਇਤ ਹੈ ਨਾ, ਅੱਲਾ ਤੇ ਉਸ ਦੇ ਰਸੂਲਾਂ ਨੂੰ ਨਹੀਂ ਮੰਨਦੇ, ਠੀਕ ਹੈ, ਉਹਨਾਂ ਦੇ ਬਾਰੇ ਚ ਕਿਹਾ ਗਿਆ। ਉਹਨਾਂ ਇੱਥੇ ਇਹ ਤਾਂ ਨਹੀਂ ਲਿਖਿਆ ਨਾ ਕਿ ਕਿਸੇ ਆਮ ਆਦਮੀ ਨੂੰ ਉਹ ਰਸੂਲ ਮੰਨਦੇ ਨੇ। ਹਾਂ, ਇਹ ਵਾਇਆ ਕੂਲੂਨਾ ਦਾ ਕੀ ਮਤਲਬ ਹੁੰਦਾ ਹੈ? वायकुलून नोमेनुन और उनके रसूलू, और कहते हैं कि इसका मतलब है ਵਾਇਆ ਕੂਲੂਨਾ ਦਾ ਕੀ ਮਾਇਨਾ ਹੁੰਦਾ ਹੈ? उसके रसूलू और उसके रसूलू। ਹੈ ਯਕੂਲੂਨ ਕਿਹਨੂੰ ਕਹਿੰਦੇ ਨੇ? ਕੌਲ ਕਿਹਨੂੰ ਕਹਿੰਦੇ ਨੇ? कोल मतलब है कि से नु कहते न कहना। ਹਾਂ, ਵਾਇਆ ਕੂਲੂਨਾ ਔਰ ਉਹ ਕਹਿੰਦੇ ਨੇ। वायकुलून मतलब ना मतलब ਉਹ ਕਹਿੰਦੇ ਨੇ, ਉਹ ਕਹਿੰਦੇ ਨੇ। ਵਾਇਆ ਕੂਲੂਨ ਦਾ ਤਰਜਮਾ ਹੈ ਉਹ ਕਹਿੰਦੇ ਨੇ ਨੁਮਿਨੁ ਬਿਬਾਜ਼, ਬਾਜ਼ ਉੱਤੇ ਈਮਾਨ ਲਿਆਵਨੇ ਆ, व नकफुरु बिबाज़, और बाज़ा ते नहीं लांदे, ਬਾਜ਼ ਤੇ ਨਹੀਂ ਲਿਆਉਂਦੇ। ਉਹ ਕਹਿੰਦੇ ਨੇ ਕਿ ਅਸੀਂ ਬਾਜ਼ ਰਸੂਲਾਂ ਨੂੰ ਮੰਨਨੇ ਆ ਤੇ ਬਾਜ਼ਾਂ ਨੂੰ ਨਹੀਂ ਮੰਨਦੇ। बाज़ा मतलब कुछ नु कह लियो, कुछ रसूलां नु मनदे ते कुछ नु नहीं मनदे। ਉਹ ਕਹਿੰਦੇ ਨੇ ਕਿ ਅਸੀਂ ਕੁਝ ਰਸੂਲਾਂ ਨੂੰ ਮੰਨਨੇ ਆ ਤੇ ਕੁਝ ਨੂੰ ਨਹੀਂ ਮੰਨਦੇ। नहीं मनदे। ਮੰਨ ਲਓ ਕਿ ਈਸਾ ਅਲੈਹਿਸਲਾਮ ਨੂੰ ਮੰਨਨੇ ਆ ਤੇ ਮੂਸਾ ਅਲੈਹਿਸਲਾਮ ਨੂੰ ਨਹੀਂ ਮੰਨਦੇ। या चलो 5-7 नु मनदे ने ते नहीं मनदे, ਤੇ ਬਾਕੀਆਂ ਨੂੰ ਕੁਰਾਨ ਵਿੱਚ ਜਿਹੜੇ ਹੈ ਨੇ 19-20 ਨੂੰ ਮੰਨਦੇ ਨੇ। ਜੀ ਹਾਂ, ਇਹ ਜਿਹੜੇ ਇਹੋ ਜਿਹੇ ਬੰਦੇ ਹੋਣ ਉਹ ਕੀ ਹੁੰਦੇ ਨੇ? ਉਹ ਪੱਕੇ ਕਾਫਰ ਨੇ, 100% ਕਾਫਰ ਨੇ, ਖਾਲਸ ਕਾਫਰ ਨੇ, ਨਰੋਲ ਕਾਫਰ ਨੇ। ਉਹ ਜਿਸ ਤਰ੍ਹਾਂ ਇੱਕ ਨਰੋਲ ਕਾਫਰ ਲਫ਼ਜ਼ ਇਸਤੇਮਾਲ ਕਰੇ, ਨਰੋਲ ਅੱਗੇ ਗਲਤ ਇਸਤੇਮਾਲ ਕਰਦੇ ਆ, ਇਹਨਾਂ ਵਾਸਤੇ ਕਰਾਂਗੇ ਨਰੋਲ ਕਾਫਰ ਨੇ। ਉਹਨਾਂ ਨੂੰ ਮੁਸਲਮਾਨ ਕਿਹਾ ਜਾ ਸਕਦਾ ਕਿਸੇ ਵੀ ਸ਼ਰਤ ਤੇ? ਨਹੀਂ, ਇਹ ਜਦੋਂ ਇਹ ਸੂਰਾ ਅਲ-ਨਿਸਾ ਦੀ ਆਇਤ ਆ ਗਈ ਤੇ ਫਿਰ ਉਹਨਾਂ ਨੂੰ ਮੁਸਲਮਾਨ ਕੌਣ ਕਹੇਗਾ? ਨਹੀਂ ਜੀ, ਮਨ ਸੱਲਾ ਸਲਾਤ ਨਾ ਹੋਵੇ, ਵਸਤਕਬਲ ਕਿਬਲਾ ਤਾਂ ਨਾ ਹੋਵੇ, ਅਕਲ ਜ਼ਬੀਹਾ ਤਾਂ ਨਾ ਹੋਵੇ, ਤੇ ਫਿਰ ਇਹ ਕੀ ਇਹਨਾਂ ਅਲਫਾਜ਼ਾਂ ਦੇ ਮਾਨੀ ਨੇ? ਮੈਂ ਕਿਹਾ ਵੀ ਜਿਹੜੇ ਰਸੂਲਾਂ ਨੂੰ ਮੰਨਦੇ ਨੇ ਉਹਨਾਂ ਦੀਆਂ ਮੰਨ ਕੇ ਤੇ ਉਹ ਸਾਡੇ ਹਰ ਨਮਾਜ਼ ਪੜ੍ਹਦੇ ਹੋਣ, ਸਾਡੇ ਕਿਬਲੇ ਵੱਲ ਮੂੰਹ ਕਰਦੇ ਹੋਣ, ਸਾਡਾ ਜ਼ਬੀਹਾ ਖਾਂਦੇ ਹੋਣ, ਉਹਨਾਂ ਰਸੂਲਾਂ ਨੂੰ ਮੰਨ ਕੇ, ਲੇਕਿਨ ਕੁਝਾਂ ਦਾ ਇਨਕਾਰ ਕਰਦੇ ਹੋਣ, ਤੇ ਫਿਰ ਕੀ ਨੇ ਉਹ? ਕਾਫਰ ਨੇ। ਫਿਰ ਅੰਡਰਸਟੂਡ ਹੈ। ਬਾਵਜੂਦ ਇਸ ਦੇ ਕਿ ਉਹ ਸਾਡੇ ਕਿਬਲੇ ਵੱਲ ਮੂੰਹ ਕਰਕੇ ਨਮਾਜ਼ਾਂ ਪੜ੍ਹਨ ਤੇ ਤਾਂ ਵੀ ਨਹੀਂ, ਦੇਖੋ ਅਗਰ ਸਾਡੇ ਕਿਬਲੇ ਵੱਲ ਮੂੰਹ ਕਰਕੇ ਨਮਾਜ਼ਾਂ ਪੜ੍ਹਦੇ ਨੇ, ਠੀਕ ਹੈ, ਹਜ ਕਰਦੇ ਨੇ, ਰੋਜ਼ੇ ਰੱਖਦੇ ਨੇ, ਸਦਕਾ ਖਿਰਾਤ ਕਰਦੇ ਨੇ, ਫਿਰ ਮੁਸਲਮਾਨ ਅੱਲਾਹ ਪਰ ਈਮਾਨ ਰੱਖਦੇ ਨੇ, ਲੇਕਿਨ ਇਸ ਤਰ੍ਹਾਂ ਦੇ ਬੰਦੇ ਜਿਹਦੇ ਵਿੱਚ ਇਮਾਨੀਆਤ ਹੋਣ ਤੇ ਇਸ ਤਰ੍ਹਾਂ ਦੇ ਜਿਹਦੇ ਅਮਾਲ ਹੈ ਨੇ, ਉਹ ਕਿਸ ਤਰ੍ਹਾਂ ਹੋ ਸਕਣਾ ਕਿ ਰਸੂਲਾਂ ਨੂੰ ਤੇ ਕਿਸੇ ਉਹ ਇੱਕ ਰਸੂਲ ਦਾ ਵੀ ਇਨਕਾਰ ਨਹੀਂ ਕਰ ਸਕਦਾ? ਇਹ ਮੁਸਲਮਾਨ ਤੇ ਕਰ ਹੀ ਨਹੀਂ ਸਕਦਾ ਨਾ। ਅਦਨਾ ਦਾ ਮੁਸਲਮਾਨ ਹੋਏ, ਮੁਸਲਮਾਨ ਤੇ ਨਹੀਂ, ਬੇਨਮਾਜ਼ੀ ਹੋਏ, ਉਹ ਬੇਸ਼ੱਕ ਨਮਾਜ਼ ਵੀ ਨਾ ਪੜਦਾ ਹੋਏ, ਠੀਕ ਹੈ, ਇਹ ਪਤਾ ਲੱਗ ਤੇ ਇਨਕਾਰ ਕਰ ਹੀ ਨਹੀਂ ਸਕਦਾ ਰਸੂਲਾਂ ਦਾ। ਮੈਂ ਨਮਾਜ਼ਾਂ ਪੜਦਾ ਹੋਏ ਕਿ ਸਾਡੇ ਕਿਬਲੇ ਮੂੰਹ ਕਰਕੇ ਨਮਾਜ਼। ਅੱਛਾ ਗੱਲ ਸੁਣ, ਅੱਛਾ ਮੇਰੀ ਗੱਲ ਸੁਣ, ਜਿਹੜੇ ਰਸੂਲਾਂ ਨੂੰ ਉਹ ਮੰਨਦੇ ਨੇ ਉਹਨਾਂ ਦੀ ਤਾਲੀਮਾਤ ਤੇ ਅਮਲ ਕਰਦੇ ਹੀ ਹੋਣਗੇ ਨਾ? ਨਹੀਂ, ਉਹਨਾਂ ਦੀ ਤਾਲੀਮਾਤ ਤੇ ਦੇਖੋ, ਅੱਜ ਦੇ ਮੁਸਲਮਾਨ ਤੇ ਜਿਹੜਾ ਹੈ ਨਾ, ਇੱਕ ਨਬੀ ਦੀ ਅਸੀਂ ਤਾਲੀਮਾਤ ਤੇ ਅਮਲ ਦੇ ਕਰਨ ਦੇ ਮਜਾਲ ਗਫਲਤ ਹੋਰ ਚੀਜ਼ ਹੈ। ਕੁਝ ਨਾ ਕੁਝ ਤੇ ਵਿੱਚੋਂ ਮੰਨਦੇ। ਅਸੀਂ ਜਿਹੜੇ 100 ਮੁਸਲਮਾਨ ਆ, ਬਸ ਉਹ ਮੰਨਦੇ ਆ ਇਸ ਵਾਸਤੇ ਕਿ ਨਬੀ ਪਾਕ ਨੇ ਉਹ ਅਮਲ ਕੀਤਾ। ਜਿਸ ਤਰ੍ਹਾਂ ਕੁਰਬਾਨੀ ਹੈ ਜਿਹੜੀ ਹਜ਼ਰਤ ਇਬਰਾਹੀਮ ਅਲੈਹਿਸਲਾਮ ਦੀ ਸੁਨਨਤ ਹੈ, ਨਬੀ ਪਾਕ ਨੇ ਵੀ ਸੁਨਨਤ ਪਰ ਅਮਲ ਕੀਤਾ। ਅਸੀਂ ਵੀ ਕਰ ਰਹੇ ਹਾਂ। ਮੇਰੇ ਕੋਲ ਇੱਕ ਮਿੰਟ, ਮੇਰੇ ਕੋਲ ਟਾਈਮ ਥੋੜਾ ਲੰਬੀ ਗੱਲ ਕਿ ਮੈਂ ਜ਼ਾਨ ਹੋਣ ਲੱਗੀ। ਮੈਂ ਕਹਿਣ ਲੱਗਾ ਕਿ ਅਗਰ ਕੁਝ ਰਸੂਲਾਂ ਨੂੰ ਮੰਨਣ ਵਾਲੇ ਲੋਕ 100 ਬੰਦਾ ਹੈ, ਉਹਨਾਂ ਚੋਂ 90 ਬੰਦੇ ਬੇਅਮਲ ਨੇ, ਨਮਾਜ਼ ਨਹੀਂ ਪੜ੍ਹਦੇ, ਰੋਜ਼ੇ, 10 ਬੰਦੇ ਤੇ ਹੋਣਗੇ ਨਾ, ਅਮਲ ਕਰਦੇ ਹੀ ਹੋਣਗੇ ਨਾ। ਕਰਦੇ ਹੋਣਗੇ ਕਿ ਨਹੀਂ ਕਰਦੇ ਹੋਣਗੇ? ਹਾਂ, 10% ਨਮਾਜ਼ੀ ਹੈ ਹੀ ਨੇ ਦੁਨੀਆ 'ਚ ਮੁਸਲਮਾਨ। ਕੀ ਕਰਦੇ ਹੋਣਗੇ? ਉਹਨਾਂ ਰਸੂਲਾਂ ਦੀ ਤਾਲੀਮ ਤੇ ਅਮਲ ਕਰਕੇ ਕੀ ਕਰਦੇ ਹੋਣਗੇ? ਕੀ ਪਤਾ ਹੁਣ ਕੀ ਕਰਦੇ ਹੋਣਗੇ। ਰਸੂਲਾਂ ਦੀ ਤਾਲੀਮ ਕੀ ਸੀ? ਰਸੂਲਾਂ ਦੀ ਤਾਲੀਮ ਤੇ ਇਹੀ ਸੀ, ਨੇਕੀ ਵਾਲੇ ਪਾਸੇ ਆਓ, ਅੱਛੇ ਅਮਾਲ ਕਰੋ। ਇਬਾਦਤ ਕਿਹੜੀ ਹੁੰਦੀ ਸੀ ਰਸੂਲਾਂ ਦੀ? ਇਬਾਦਤ ਤੇ ਸਿਰਫ ਅੱਲਾਹ ਦੀ ਕਰੋ। ਉਹ ਕੀ ਇਬਾਦਤ? ਨਮਾਜ਼। ਸਾਰੇ ਲੋਕ ਨਮਾਜ਼ ਪੜ੍ਹਦੇ ਸੀ। ਸਾਰਿਆਂ ਨਬੀਆਂ ਨੇ, ਸਾਰਿਆਂ ਰਸੂਲਾਂ ਨੇ ਅੱਲਾਹ ਦੀ ਇਬਾਦਤ ਕੀਤੀ ਹੈ ਤੇ ਇਬਾਦਤ ਦੇ ਵਿੱਚ ਨਮਾਜ਼ ਹੈ, ਠੀਕ ਹੈ, ਪਹਿਲੀ ਬਾਤ। ਅੱਛਾ, ਉਹ ਇਬਾਦਤ ਕਰਦੇ ਸਨ ਨਾ, ਆਪਣੇ ਰਸੂਲਾਂ ਦੀ ਗੱਲ ਮੰਨ ਕੇ ਨਮਾਜ਼ਾਂ ਪੜ੍ਹਦੇ ਸਨ ਨਾ?
ਲੇਕਿਨ ਕੁਝ ਰਸੂਲਾਂ ਦਾ ਇਨਕਾਰ ਕਰਨ ਤੋਂ ਬਾਅਦ ਕੀ ਹੋਇਆ? ਕੁਰਾਨ ਨੇ ਕੀ ਆਖਿਆ? ਕਾਫਰ ਹੋ ਗਏ ਹੋ। ਪੱਕੇ ਕਾਫਰ। ਕੌਣ ਨਹੀਂ ਆ ਜ਼ੋਰ ਲਾ ਕੇ ਆਦਾ ਕਹਿ ਤੇ ਰਿਹਾ ਕਾਫਰ ਨੇ ਉਹ, ਹੈ? ਪੱਕੇ ਕਾਫਰ ਨੇ। ਬਾਵਜੂਦ ਕਾਫਰ ਨੇ, ਖਾਲਸ ਕਾਫਰ ਨੇ। ਬਾਵਜੂਦ ਇਸ ਦੇ ਕਿ ਕੁਝ ਰਸੂਲਾਂ ਦੀ ਤਾਲੀਮਾਤ ਤੇ ਅਮਲ ਕਰਕੇ ਨਮਾਜ਼ਾਂ पे पढ़ते ने, सजदे पे करते ने, अस्तगफार पे पढ़ते ने, तस्बीह हथ च फड़ीए, टोपी सिर ते पाईए, दाढ़ी मूंह ते रखीए, मसले दे उत्ते सरब सुजूद ने, ਉਹਦੇ ਬਾਵਜੂਦ ਕੀ ਨੇ? ਅੱਛਾ, ਇਹ ਮਤਲਬ ਹੈ ਸਾਰਾ ਕੁਝ ਕਰਨ ਦੇ ਬਾਵਜੂਦ ਵੀ ਉਹ ਕਾਫਰ ਨੇ। ਇਹ ਕੁਰਾਨ ਤੇ ਕਹਿੰਦਾ, ਮੈਂ ਕੋਲੋਂ पे कहना ਵਾ। ਨਹੀਂ, ਉਹ ਗੱਲ ਤੇ ਠੀਕ ਹੈ, ਲੇਕਿਨ ਜਿਹੜਾ ਇਹ ਕਿਤਨਾ ਕੁਝ ਕਰੇਗਾ, ਉਹਦੇ ਕੋਲ ਕੁਝ ਨਾ ਕੁਝ ਤੇ ਦੀਨ ਦੀ ਤਾਲੀਮ ਹੋਏਗੀ ਨਾ। ਉਹ ਨਮਾਜ਼ਾਂ ਵੀ ਪੜ੍ਹ ਰਿਹਾ, ਟੋਪੀ ਵੀ ਲਾਈ ਵੀ, ਮਸੱਲੇ ਤੇ ਵੀ ਰਹਿੰਦਾ ਹੈ, ਤੇ ਉਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਕਿਸੇ ਇੱਕ ਨਬੀ ਦਾ ਵੀ ਇਨਕਾਰ ਕਰ ਦਵੇ? ਯਾਰ ਇਹੋ ਹੀ ਤੇ ਗੱਲ ਹੈ ਨਾ। ਇਹਨੂੰ ਗੱਲ ਨੂੰ ਐਸੇ ਤੇ ਨੁਕਤੇ ਨੂੰ ਮੈਂ ਸਮਝਾਉਣਾ ਚਾਹਨਾ। ਕੁਝ ਨਬੀਆਂ ਨੂੰ ਮੰਨਦੇ ਨੇ ਤੇ ਕੁਝ ਦਾ ਇਨਕਾਰ ਕਰਦੇ ਨੇ। ਜਿਨ੍ਹਾਂ ਕੁਝ ਨਬੀਆਂ ਨੂੰ ਮੰਨਦੇ ਨੇ, ਮੰਨਦੇ ਤਾਂ ਹੀ ਨੇ, ਉਹਨਾਂ ਦੀ ਗੱਲ ਮੰਨਦੇ ਨੇ, ਉਹਨਾਂ ਤੇ ਈਮਾਨ ਲਿਆਏ ਨੇ, ਉਹਨਾਂ ਦੀ ਦੱਸੀ ਇਬਾਦਤ ਕਰਦੇ ਨੇ, ਮਤਲਬ ਤਰੀਕੇ ਦੇ ਬਤਾਏ ਹੋਏ ਤਾਲੀਮਾਤ ਤੇ ਅਮਲ ਕਰਦੇ ਨੇ, ਰੋਜ਼ਾ ਵੀ पे ਰੱਖਦੇ ਨੇ। ਕਿਉਂਕਿ ਕੁਰਾਨ ਅੰਦਰ ਰੋਜ਼ੇ ਤੁਹਾਡੇ ਤੇ ਇੰਜ ਫਰਜ਼ ਕੀਤੇ ਜਿਸ ਤਰ੍ਹਾਂ ਪਿਛਲੀਆਂ ਕੌਮਾਂ ਦੇ ਫਰਜ਼ ਕੀਤੇ ਗਏ ਨੇ। ਉਹ ਰੋਜ਼ਾ ਵੀ ਰੱਖਦੇ ਸਨ, ਨਮਾਜ਼ ਵੀ ਪੜ੍ਹਦੇ ਸਨ, ਸਦਕਾ ਖਰਾਤ ਵੀ ਕਰਦੇ ਸਨ, ਉਹਨਾਂ ਦੇ ਟੋਪੀ ਵੀ ਸਿਰ ਤੇ ਐਸੀ, ਦਾੜੀ ਵੀ ਮੂੰਹ ਤੇ ਐਸੀ, ਤਸਬੀਹ ਵੀ ਹੱਥ 'ਚ ਐਸੀ, ਮਸੱਲੇ ਤੇ ਵੀ ਬੈਠੇ ਸਨ। ਤੇ ਕੁਰਾਨ ਨੇ ਕੀ ਆਖਿਆ? ਉਲਾਇਕਾ ਹੁਮੁਲ ਕਾਫਿਰੂਨਾ ਹੱਕਾ। ਮਾਰਨਾ ਜ਼ੋਰ ਹੁੰਦਾ, ਪੱਕੇ ਕਾਫਰ ਨੇ। ਹੂੰ ਕੀ ਹੁਣ ਨਿਕਲ ਗਈ ਹੈ ਕਾਫਰ ਨੇ। ਮੈਂ ਕਹਿ ਰਿਹਾ, ਮੈਂ ਕਿਹੜਾ ਮੁੱਕਰ ਗਿਆ, ਮੈਂ ਕਹਿ ਰਿਹਾ ਕਾਫਰ ਨੇ ਉਹ ਜਿਹੜੇ ਇੱਕ ਨਬੀ ਦਾ ਵੀ ਇਨਕਾਰ ਕਰ ਦਵਣ ਤੇ ਉਹ ਕਾਫਰ ਨੇ। ਹੁਣ ਸਿੱਧੀ ਰਾਹ ਤੇ ਚੜ ਗਿਆ। ਐ ਪੱਕੀ ਰਾਹ सुन्नत पे चला जा तू है सालक बेधड़क, जन्नतुल फिरदौस को जाती है सीधी ये सड़क। ऐ ही सीधी सड़क। एक रसूल ਦਾ ਵੀ ਇਨਕਾਰ ਕਰਨ ਵਾਲਾ ਕੀ ਹੁੰਦਾ ਹੈ? ਦਾਇਰਾ ਇਸਲਾਮ ਚੋਂ ਨਿਕਲ ਜਾਂਦਾ। ਇਹ ਜੇ ਨਿਕਲਦਾ ਜਿਸ ਤਰ੍ਹਾਂ ਤੀਰ ਸ਼ਿਕਾਰ ਚੋਂ ਨਿਕਲ ਜਾਂਦਾ, ਕਮਾਨ ਚ ਨਿਕਲ ਜਾਂਦਾ, ਸ਼ਿਕਾਰ ਚ ਨਹੀਂ। ਸ਼ਿਕਾਰ ਵੀ ਇੱਕ ਹਦੀਸ ਆਏ ਖਵਾਰਿਜ ਦੇ ਬਾਰੇ ਚ। ਖਵਾਰਿਜ ਇਸ ਤਰ੍ਹਾਂ ਨੇ ਇਸਲਾਮ ਚੋਂ ਨਿਕਲ ਜਾਂਦੇ ਨੇ ਜਿਸ ਤਰ੍ਹਾਂ ਤੀਰ ਸ਼ਿਕਾਰ ਚੋਂ ਨਿਕਲ ਜਾਣਾ। ਅੱਛਾ ਚਲੋ ਜੋ ਵੀ ਹੈ। ਹਾਂਜੀ, ਟਾਈਮ ਥੋੜਾ ਮੈਂ ਗੱਲ ਕਰਨਾ ਚਾਹਨਾ। ਇੰਜ ਹੋ ਸਕਦਾ ਹੈ ਨਾ ਕਿ ਬੰਦਾ ਕੁਝ ਰਸੂਲਾਂ ਨੂੰ ਮੰਨ ਕੇ ਤੇ ਕੁਝ ਦਾ ਇਨਕਾਰ ਕਰਕੇ, ਹਾਂ, ਇਹ ਤੇ ਕਨਫਰਮ ਹੋ ਗਿਆ ਹੈ। ਕੁਰਾਨ ਦੀ ਆਇਤ ਨੇ ਦੱਸ ਦਿੱਤਾ ਕਿ ਬਾਵਜੂਦ ਜ਼ੁਹਦ ਔਰ ਤਕਵੇ ਦੇ ਰਸੂਲਾਂ ਨੂੰ ਮੰਨੇ, ਕੁਝ ਦਾ ਇਨਕਾਰ ਕਰੇ, ਉਹ ਪੱਕਾ ਕਾਫਰ ਹੈ। ਔਰ ਇਨਕਾਰ ਕਰਦਾ ਤਾਂ ਕੀ ਤੇ ਕਿ ਇੱਕ ਬੰਦਾ ਕਹਿ ਰਿਹਾ ਕਿ ਮੈਂ ਕੁਰਾਨ ਵਿੱਚ 25, 26, 27 ਜਿਤਨੇ ਵੀ ਅੰਬਿਆ ਦਾ ਜ਼ਿਕਰ ਹੈ ਉਹਨਾਂ ਦਾ ਬਈਆਂ ਨੂੰ ਮੰਨਣਾ ਤੇ 4-5 ਨੂੰ ਨਹੀਂ ਮੰਨਣਾ। ਇੱਕ ਦਾ ਵੀ ਇਨਕਾਰ ਕਰਤਾ, ਕੁਝ ਨੂੰ ਇਨਕਾਰ ਕਰਤਾ, ਭਾਵੇਂ ਇੱਕ ਦਾ ਇਨਕਾਰ ਕਰਤਾ। ਹਾਂ ਚਲੋ, ਇੱਕ ਦਾ ਕੁਰਾਨ ਵਿੱਚ ਜਿਹੜੇ ਆਏ ਨੇ ਜਾਂ ਜਿਹੜੇ ਨਹੀਂ ਆਏ, ਅਗਰ ਕੋਈ ਬੰਦਾ ਉੱਠ ਕੇ ਮੁਸਲਮਾਨ ਕਹਿਣਾ ਕਿ ਮੈਂ ਇਹ ਨਬੀ ਨੇ ਜਿਹੜੇ ਇਹਨਾਂ ਨੂੰ ਨਹੀਂ ਮੰਨਦਾ, ਠੀਕ ਹੈ, ਉਹ ਪੱਕਾ ਕਾਫਰ ਹੋ ਗਿਆ। ਚਾਹੇ ਉਹ ਨਮਾਜ਼ ਪੜ੍ਹਦਾ, ਰੋਜ਼ਾ ਰੱਖਦਾ, ਦਾੜੀ ਰੱਖੀ ਹੋਈ ਹੈ, ਹਜ ਕਰਦਾ ਹੈ, ਉਮਰੇ ਕਰਦਾ ਹੈ, ਇੱਕ ਨਬੀ ਦਾ ਵੀ ਇਨਕਾਰ ਕਰ ਦਿੱਤਾ ਤੇ ਉਹ ਈਮਾਨ ਚੋਂ ਨਿਕਲ ਗਿਆ, ਕੁਫਰ ਦੇ ਦਾਇਰੇ ਚ ਆ ਗਿਆ। ਉਹ ਫਿਰ ਉਹਨੂੰ ਇਹ ਨਹੀਂ ਆਖਣਾ ਵੀ ਇਹ ਕਲਮਾ ਗੋਏ ਨੂੰ ਕਾਫਰ ਨਹੀਂ ਕਿਹਾ ਜਾ ਸਕਦਾ। ਉਹ ਨਹੀਂ, ਲੇਕਿਨ ਸ਼ਰਤ ਇਹ ਕਿ ਉਹ ਇੱਕ ਨਬੀ ਦਾ ਇਨਕਾਰ ਕਰੇ, ਉਹ ਖੜਾ ਹੋ ਕੇ ਕਹੇ ਕਿ ਭਾਈ ਜੀ ਇਹ ਜਿਹੜੇ ਨਬੀ ਨੇ ਮੈਂ ਇਹਨਾਂ ਨੂੰ ਨਹੀਂ ਮੰਨਦਾ। ਠੀਕ ਹੈ, ਮੈਂ ਕਹਿ ਰਿਹਾ ਉਹ ਐਕਸੈਪਟ ਕਰੇ। ਉਹਦਾ ਕਲਮਾ, ਉਹਦੀ ਨਮਾਜ਼, ਉਹਦਾ ਰੋਜ਼ਾ ਕਿਸੇ ਕੰਮ ਦਾ ਨਹੀਂ, ਉਹ ਪੱਕਾ ਕਾਫਰ ਹੈ। ਲੇਕਿਨ ਸਾਬਤ ਹੋ ਜਾਏ ਅਗਰ ਉਹ ਇਸ ਗੱਲ ਨੂੰ ਐਕਸੈਪਟ ਕਰੇ ਆਪਣੀ ਜ਼ਬਾਨ ਨਾਲ ਕਿ ਜੀ ਮੈਂ ਫਲਾਂ ਜਿਹੜੇ ਨਬੀ ਨੇ ਉਹਨਾਂ ਨੂੰ ਨਹੀਂ ਮੰਨਦਾ, ਬਾਕੀ ਸਾਰਿਆਂ ਨੂੰ ਮੰਨਦਾ ਵੇ, ਠੀਕ ਹੈ, ਤੇ ਇਹ ਫਤਵਾ ਦਿੱਤਾ ਜਾ ਸਕਣਾ। ਠੀਕ ਹੋ ਗਿਆ, ਠੀਕ ਹੋ ਗਿਆ। ਮੈਂ ਕੁਰਾਨ ਦੀਆਂ ਇਹਨਾਂ 150 ਤੇ 150 ਫਿਰ ਉਹਨਾਂ ਦੀ ਨਮਾਜ਼ ਨਹੀਂ ਵੇਖਣੀ, ਫਿਰ ਉਹਨਾਂ ਦਾ ਰੋਜ਼ਾ ਨਹੀਂ ਵੇਖਣਾ, ਫਿਰ ਉਹਨਾਂ ਦਾ ਕਲਮਾ ਨਹੀਂ ਵੇਖਣਾ, ਫਿਰ ਉਹਨਾਂ ਨੂੰ ਪੱਕਾ ਕਾਫਰ ਕਰਾਰ ਦੇਣਾ। ਇੰਜੇ ਗੱਲ ਹੈ ਨਾ। ਲੇਕਿਨ ਅਗਰ ਉਹ ਖੁਦ ਕਹਿਵਣ ਕਿ ਜੀ ਅਸੀਂ ਇਹਨਾਂ ਨੂੰ, ਉਹ ਯਾਰ ਮੈਂ ਉੱਧਰ ਨਹੀਂ ਜਾ ਰਿਹਾ, ਮੈਂ ਦੂਜੇ ਪਾਸੇ ਜਾ ਰਿਹਾ। ਤੀਸਰੀ ਗੱਲ ਇਹ ਵੇ ਕਿ ਗਾਲ ਕੱਢਣ ਵਾਲਾ ਇਮਾਮ ਨਹੀਂ ਹੋ ਸਕਦਾ। ਇਹ ਕਿੱਥੋਂ ਤੁਸੀਂ ਗੱਲ ਲਈ ਹੈ? ਤਿੰਨੋਂ ਗੱਲਾਂ ਤੁਸੀਂ ਰਿਕਾਰਡ ਕਰ ਲਈਆਂ ਨੇ, ਇਹਨਾਂ ਦਾ ਜਵਾਬ ਲਿਆ ਕੇ ਦੇ ਦੇਣਾ ਪਲੀਜ਼। ਇਹ ਕੀ ਹੋ ਗਿਆ? ਅੱਛਾ, ਆਖਰੀ ਗੱਲ ਹੈ ਵੀ ਟਰੂ ਮੁਸਲਿਮ ਜਿਹੜੇ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਨਬੀ ਰਸੂਲ ਮੰਨਦੇ ਨੇ, ਉਹਨਾਂ ਦੇ ਅਸੀਂ ਨਬੀ ਰਸੂਲ ਨੂੰ ਝੂਠਾ ਆਖਨੇ ਆ ਨਾ, ਕਜ਼ਾਬ ਆਖਨੇ ਆ ਨਾ। ਹਾਂ, ਕਹਿੰਦੇ ਨੇ, ਸਾਰੇ ਕਹਿੰਦੇ ਨੇ। ਉਹਨਾਂ ਦੀ ਨਜ਼ਰ 'ਚ ਸਾਨੂੰ ਕੀ ਹੋਣਾ ਚਾਹੀਦਾ ਹੈ? ਉਹਨਾਂ ਦੀ ਨਜ਼ਰ ਵਿੱਚ
ਉਹਨਾਂ ਦੀ ਨਜ਼ਰ ਵਿੱਚ ਅਸੀਂ ਫਿਰ ਇਸ ਆਇਤ ਦੀ ਰੋਸ਼ਨੀ ਨਾਲ ਕਾਫਰ ਹੀ ਠਹਿਰੇ ਹਾਂ। ਉਂਝ ਦਾ ਜ਼ੋਰ ਲਾ ਕੇ ਆ ਨਾ, ਕਿਹੜੇ ਕਾਫਰ? ਉਹ ਇਹ ਮਤਲਬ ਖਾਲਸ ਕਾਫਰ, ਪੱਕੇ ਕਾਫਰ। ਪੱਕੇ ਕਾਫਰ ਹੋਣਾ ਚਾਹੀਦਾ। ਤੇ ਜੇ ਉਹ ਨਾ ਸਾਨੂੰ ਪੱਕਾ ਕਾਫਰ ਆਖਣ ਤੇ ਇਹਦਾ ਮਤਲਬ ਕੀ ਹੈ? ਜਾਂ ਉਹ ਮਿਰਜ਼ਾ ਕਾਦੀਆਨੀ ਨੂੰ ਨਬੀ ਰਸੂਲ ਨਹੀਂ ਮੰਨਦੇ, ਜਾਂ ਸਾਡੇ ਨਾਲ ਝੂਠ ਬੋਲਦੇ ਨੇ। ਨਹੀਂ, ਉਹਨਾਂ ਦੀ ਨਜ਼ਰ ਵਿੱਚ ਅਗਰ ਮਿਰਜ਼ਾ ਸਾਹਿਬ ਨਬੀ ਨੇ, ਆਹ ਅਸੀਂ ਨਹੀਂ ਮੰਨਦੇ ਉਹਨਾਂ ਨੂੰ। ਜੇ ਅਸੀਂ ਤੇ ਕਜ਼ਾਬ ਤੇ ਦਜਾਲ ਆਖਦੇ ਹਾਂ ਉਹਨਾਂ ਨੂੰ। ਤੇ ਫਿਰ ਇਸ ਆਇਤ ਦੀ ਰੋਸ਼ਨੀ ਨਾਲ ਅਸੀਂ ਤੇ ਉਹਨਾਂ ਦੀਆਂ ਨਜ਼ਰਾਂ ਦਾਇਰਾ ਇਸਲਾਮ ਜੋ ਨਿਕਲ ਗਏ ਪੱਕੇ ਕਾਫਰ, ਤੇ ਫਿਰ ਅਸੀਂ ਲੋਕ ਹੋ ਗਏ। ਪੱਕੇ ਕਾਫਰ ਹੋਣਾ ਚਾਹੀਦਾ ਨਾ। ਤੇ ਇਹ ਝੂਠ ਬੋਲਦੇ ਨੇ ਜਾਂ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਮੰਨਦੇ ਨਹੀਂ, ਐਵੇਂ ਉੱਤੋਂ ਡਰਾਮਾ ਕਰਦੇ ਨੇ ਅਸੀਂ ਨਬੀ ਰਸੂਲ ਮੰਨਦੇ ਹਾਂ। ਇਹ ਮੇਰੇ ਖਿਆਲ ਚ ਮਿਰਜ਼ਾ ਸਾਹਿਬ ਨੂੰ ਇਹ ਨਬੀ ਰਸੂਲ ਨਹੀਂ ਮੰਨਦੇ ਇਤਨਾ। ਸਹੀ ਨਹੀਂ ਮੰਨਦੇ, ਅੱਧਾ ਪਚੱਧਾ ਮੰਨਦੇ ਨੇ, ਇਤਨਾ ਨਹੀਂ ਮੰਨਦੇ। ਨਹੀਂ, ਜਿਸ ਤਰ੍ਹਾਂ ਇਹ ਅਸੀਂ ਮੰਨਦੇ ਆ ਨਾ, ਮਤਲਬ ਹੈ ਕਿ ਹਜ਼ਰਤ ਈਸਾ ਅਲੈਹਿਸਲਾਮ ਨੂੰ ਜਾਂ ਨਬੀ ਪਾਕ ਨੂੰ, ਮੂਸਾ ਅਲੈਹਿਸਲਾਮ ਨੂੰ, ਉਸ ਤਰ੍ਹਾਂ ਇਹ ਨਹੀਂ ਨਬੀ ਮੰਨਦੇ ਮਿਰਜ਼ਾ ਅਸੀਂ ਸਾਹਿਬ। ਉਹਨਾਂ ਨੂੰ ਸੱਚਾ ਨਬੀ ਮੰਨਦੇ ਆ, ਈਸਾ ਅਲੈਹਿਸਲਾਮ ਨੂੰ, ਮੂਸਾ ਅਲੈਹਿਸਲਾਮ ਨੂੰ। ਇਹ ਜਿਹੜੇ ਨੇ ਇਹ ਡਰਾਮਾ ਕਰਦੇ ਨੇ, ਇਹਨਾਂ ਨੂੰ ਵੀ ਪਤਾ ਕਿ ਕਜ਼ਾਬ ਤੇ ਦਜਾਲ ਹੈ। ਇਹ ਐਵੇਂ ਲੜਾਈ ਪਾ ਕੇ ਸਾਰਾ ਦਿਨ ਬੈਠੇ ਨੇ। ਜਿਹੜਾ ਕਿਸੇ ਨੂੰ ਨਬੀ ਰਸੂਲ ਮੰਨਦਾ ਹੈ ਨਾ, ਉਹਦੇ ਇਨਕਾਰ ਕਰਨ ਵਾਲੇ ਨੂੰ ਪੱਕਾ ਕਾਫਰ ਮੰਨਦਾ ਹੈ। ਮੈਂ ਗੱਲ ਮਿਰਜ਼ਾ ਸਾਹਿਬ ਨੂੰ ਸੱਚਾ ਨਬੀ ਮੰਨਦੇ ਨੇ ਜੀ ਹਾਂ, ਤੇ ਫਿਰ ਤੇ ਗੈਰ ਅਹਿਮਦੀ ਸਾਰੇ ਕਾਫਰ ਹੋ ਗਏ ਇਸ ਆਇਤ ਦੀ ਰੋਸ਼ਨੀ ਪੱਕੇ ਨਾਲ। ਪੱਕੇ ਕਾਫਰ। ਲੇਕਿਨ ਉਹ ਮੰਨਦੇ ਨਹੀਂ ਨਾ ਮਿਰਜ਼ਾ ਸਾਹਿਬ ਨੂੰ ਨਬੀ, ਇਹ ਵੀ ਤਾਂ ਦੇਖੋ ਨਾ। ਇਹ ਹੁਣ ਬੁਲਾ ਕੇ ਪੁੱਛ ਲੈ, ਮੈਂ 10 ਮਿੰਟ ਬਾਅਦ ਆਉਣਾ। ਇਹ ਤੁਸੀਂ ਪੁੱਛ, ਇਹ ਦੋ ਗੱਲਾਂ ਕਰ ਫਰਕ ਕਰ ਦਿਓ ਕਿ ਮਿਰਜ਼ਾ ਸਾਹਿਬ ਨੂੰ ਉਹ ਨਬੀ ਮੰਨਦੇ ਨੇ, ਰਸੂਲ ਮੰਨਦੇ ਨੇ, ਠੀਕ ਹੈ। ਤੇ ਉਸ ਇਹ ਆਇਤਾਂ ਦੀ ਰੋਸ਼ਨੀ, ਜਿਹੜੀਆਂ ਆਇਤਾਂ ਦੋ ਪੜੀਆਂ ਨੇ, ਇਹਨਾਂ ਦੀ ਰੋਸ਼ਨੀ ਵਿੱਚ ਫਿਰ ਉਹ ਗੈਰ ਅਹਿਮਦੀਆਂ ਨੂੰ ਕਾਫਰ ਸਮਝਦੇ ਨੇ। ਇਹ ਕੋਈ ਅਹਿਮਦੀ ਆ ਕੇ ਕਹਿ ਦੇਣ ਤਾਂ ਇਹ ਤੁਹਾਡੀ ਗੱਲ ਤੇ ਪੱਕਾ ਜਿਹੜਾ ਹੈ ਨਾ ਇੱਕ ਸੱਚੀ ਹੈ, ਇਹਦੇ ਵਿੱਚ ਵਜ਼ਨ ਨਹੀਂ। ਇਹ ਮੈਂ ਗੱਲ ਸੁਣਾਉਣ ਮੈਂ ਤੇ ਤੁਹਾਨੂੰ ਤਕਲੀਫ ਦਿੱਤੀ, ਤੁਸੀਂ ਹੁਣ ਨਾ ਇੰਜ ਕਰੋ, ਥੱਲੇ ਆਵਾਜ਼ ਮਾਰ ਲਓ ਕਿਸੇ ਨੂੰ, ਮੈਂ ਆਣਾ 10 ਮਿੰਟ ਨੂੰ ਪੁੱਛੋ। ਐਲਾਨ ਕਰ ਜਾਓ ਨਾ, ਥੋੜਾ ਸਪੀਕਰ ਤੇ ਖੁੱਲੇ ਐਲਾਨ ਕਰ ਜਾਓ। ਇਹ ਜਿਹੜੇ ਥੱਲੇ ਲੱਗੇ ਨੇ ਨਾ, ਘੁਰ ਕਰਨ ਲੱਗੇ ਨੇ ਮਰਜ਼ਾਈ, ਉੱਤੇ ਆਓ ਤੇ ਟਰੂ ਮੁਸਲਮ ਨੂੰ ਦੱਸੋ, ਜਾਂ ਆਖੋ ਤੁਸੀਂ ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਨੂੰ ਨਬੀ ਰਸੂਲ ਨਹੀਂ ਮੰਨਦੇ, ਤੇ ਜਾਂ ਆਖੋ ਤੁਸੀਂ ਝੂਠ ਬੋਲਦੇ ਹੋ ਜਿਹੜਾ ਤੁਸੀਂ ਕਹਿੰਦੇ ਹੋ ਕਿ ਤੁਸੀਂ 72 ਫਿਰਕੇ ਹੋ ਤੇ ਅਸੀਂ 73ਵਾਂ ਫਿਰਕਾ ਵਾਂ, ਤੁਸੀਂ ਵੀ ਮੁਸਲਮਾਨ ਤੇ ਅਸੀਂ ਵੀ ਮੁਸਲਮਾਨ, ਤੁਸੀਂ ਗੈਰ ਅਹਿਮਦੀ ਮੁਸਲਮਾਨ ਤੇ ਅਸੀਂ ਅਹਿਮਦੀ ਮੁਸਲਮਾਨ। ਇਹ ਬਕਵਾਸ ਬੰਦ ਕਰੋ, ਇਹ ਝੂਠ ਬੰਦ ਕਰੋ, ਡਰਾਮਾ ਬੰਦ ਕਰੋ। ਦਾਵਾ ਗੱਲਾਂ 'ਚ ਇੱਕ ਗੱਲ ਤੇ ਹੈ ਹੀ ਹੈ ਨਾ, ਆਇਸ਼ਾ ਵਾਸ਼ੇ ਜਾਂ ਤੇ ਮੇਰੇ ਖਿਆਲ ਵਿੱਚ ਨਾ ਉਹ ਮਿਰਜ਼ਾ ਸਾਹਿਬ ਨੂੰ ਨਬੀ ਨਹੀਂ ਮੰਨਦੇ। ਇਹ ਪੁੱਛ ਲੈ ਹੁਣ ਬੁਲਾ ਕੇ। ਉਹ ਮਿਰਜ਼ਾ ਸਾਹਿਬ ਨੂੰ ਨਬੀ ਨਹੀਂ ਮੰਨਦੇ ਤੇ ਫਿਰ ਉਹਨਾਂ ਕੋਲ ਇਹ ਕਹਿਲਵਾਣਾ ਕਿ ਤੁਸੀਂ ਮੁਸਲਮਾਨ ਸਾਨੂੰ ਸਮਝਦੇ ਹੋ ਜਾਂ ਕਾਫਰ, ਇਹ ਬੇਮਾਨੀ ਗੱਲ ਹੈ। ਅਗਰ ਉਹ ਕਹਿਣ ਮਿਰਜ਼ਾ ਸਾਹਿਬ ਨੂੰ ਅਸੀਂ ਨਬੀ ਮੰਨਦੇ ਆ, ਰਸੂਲ ਮੰਨਦੇ ਆ, ਤੇ ਫਿਰ ਇਹ ਆਇਤ ਜਿਹੜੀ ਹੈ ਉਹਨਾਂ ਦੀ ਨਜ਼ਰ ਵਿੱਚ ਸਾਡੇ ਤੇ ਫਿੱਟ ਆਉਂਦੀ ਹੈ, ਗੈਰ ਅਹਿਮਦੀ ਮੁਸਲਮਾਨਾਂ ਤੇ। राजा जवेद साहब ट्रू मुस्लिम कदा गया नहीं इसने, पर मीर सलीम ने ब्रॉड था। मीर सलीम ने ब्रॉड ते गया सी, वो जेडी माइंड रूस्टर वाली है साडी है, ਉਹ ਮਤਲਬ ਇੱਕ ਦਫਾ ਗਿਆ ਸੀ ਉਹਦੇ ਕੋਲ ਸਵਾਲ ਪੁੱਛਣ ਤੇ ਉਹਨੇ ਅੱਗੋਂ ਘੁਮਾ ਫਰਾ ਕੇ ਮੇਰੇ ਕੋਲ ਉਲਝਾ ਦਿੱਤਾ। ਉਹਨੇ ਅੱਗੋਂ ਸਵਾਲ ਹੀ ਨਹੀਂ ਲਿਆ ਕਿ ਪਹਿਲੇ ਮੈਨੂੰ ਮੇਰੇ ਸਵਾਲ ਦਾ ਜਵਾਬ ਲੈ ਕੇ ਦਿਓ। ਨਹੀਂ ਕਿ ਉਹ ਜਿਹੜਾ ਨਾ ਉਹਦਾ ਬਾਉਲਾ ਇਰਾਨੀ ਨੇ ਵੀ ਕੀਤਾ ਸੀ ਨਬੂਵਤ ਦਾ ਦਾਵਾ, ਉਹਦੇ ਤੇ ਤੁਸੀਂ ਇਤਰਾਜ਼ ਨਹੀਂ ਉਠਾਇਆ। ਇਹ ਤੇ ਉਹ नहीं तो अंसर रजा दी ब्रॉड तो नहीं गया कदा? अंसर रजा ते नहीं गया है। ढूंढ लो मुझे ब्रॉड है। हाँ ढूंढ लो, आईडी पता है। हाँ ओदी ते जाइए। अच्छा वो अंसर रजा ना आयो दा? ओ नहीं, अंसर रजा उत्थे बहंदा ना उस ब्रॉड ते। अच्छा अच्छा यूके टाइम राती 11 बजे तो बाद। अच्छा हाँ तो उसने कोई सवाल तू रख सकना है अंसर रजा के? नहीं वो जेड़ा ब्रॉड है के ना मरबी है, अंसर रजा मरबी है। आजम सैफी हो गया, दूसरा खालिद बिन वलीद हो गया। नहीं तो आजम सैफी के कहंदा सवाल सुनदे ने बड़े। ते दूसरा जेडी एक और है आईडी इन्हां दी ओ तलत ते नादर है ते मसरूर है। हां वो भी बड़े अच्छे तरीके नाल सवाल सुनदे ने, जवाब नहीं तो उन्हां को नहीं तू सवाल पूछा कि मिर्जा साहब नु के मंदे? नहीं पूछा तो है, लेकिन वो कहते ने जिस तरह मतलब है ਅਸੀਂ समझ रहे हैं कि वो मिर्जा साहब नु ए ਮੰਨਦੇ ਨੇ, इस तरह ਉਹਨਾਂ ਦਾ ਜਵਾਬ नहीं है इस तरह ਦਾ। ਉਹ ਜ਼ਿਲੀ ਬਰੂਜ਼ੀ ਵਾਲਾ ਪਾਸਾ ਟੁਰ ਪੈਣਾ। नहीं बस वो मिर्जा साहब का जो नबूवत का दावा है ना, वो भी यही कहते हैं कि कोई मतलब है जिस तरह पहले नबिया ने किया उस तरह का दावा नहीं है इन्हों का। नहीं
इस्लाम में कोई कंसेप्ट है मिर्जा और साहब का कोई वाजिया दावा नहीं है कि और आम किसे- समझ आ जाए और किसा ਉਹ ਕਲੀਅਰ ਹੋ ਜਾਏਗਾ ਕਿ ਇਹਦਾ ਦਾਵਾ ਹੈ ਨਬੀ ਹੋਣ ਦਾ ਜਾਂ ਰਸੂਲ ਹੋਣ ਦਾ। ਨਹੀਂ ਇੱਕ ਜਿਹੜੀ ਆਮ ਫਹਿਮ ਗੱਲ ਹੈ ਕਿ ਵਹੀ ਇਹ ਨਬੂਵਤ ਬੰਦ ਹੈ, ਠੀਕ ਹੈ। ਮਿਰਜ਼ਾ ਸਾਹਿਬ ਨੂੰ ਵਹੀ ਹੁੰਦੀ ਸੀ, ਉਹ ਫਿਰ ਕਿਹੜੇ ਚੱਕਰ 'ਚ ਹੁੰਦੀ ਸੀ? ਕੋਈ ਪਤਾ ਨਹੀਂ, ਕਹਿੰਦੇ ਨੇ ਇਲਹਾਮ ਹੁੰਦਾ ਸੀ ਉਹਨਾਂ ਨੂੰ। ਹਾਂ ਇਲਾਮ ਵਹੀ ਤੇ ਇਹ ਤਾਂ ਕਲੀਅਰ ਹੈ ਨਾ ਭਾਈ ਯਾਰ ਜਿਸ ਕਿਸਮ ਦਾ ਨਬੀ ਉਹ ਮੰਨਦੇ ਨੇ ਉਹ ਕਨਸੈਪਟ ਹੈ ਨਬੂਵਤ ਦੀ ਇਸਲਾਮ ਵਿੱਚ? ਨਹੀਂ ਹੈ ਤੇ ਕੋਈ ਨਹੀਂ ਹੈ ਇਸਲਾਮ ਵਿੱਚ ਕਿਸੇ ਨਏ ਨਬੀ ਦਾ ਕਿਸੇ ਵੀ ਤਰੀਕੇ ਦਾ ਕਿ ਕੋਈ ਨया ਨਬੀ ਆਏਗਾ। ਆਜ਼ਲੀ ਬਰੂਜ਼ੀ ਗੈਰ ਹਕੀਕੀ ਮੇਰੀ ਪਤਾ ਨਹੀਂ ਹੋਰ ਇਸਤਿਆਰਾਂ ਦੇ ਰੰਗ ਵਿੱਚ ਕੋਈ ਬੰਦਾ ਆ ਜਾਏ ਕਿ ਮੈਂ ਨਬੀ ਹਾਂ, ਇਸ ਤਰ੍ਹਾਂ ਦੇ ਕੋਈ ਕਨਸੈਪਟ ਹੀ ਨਹੀਂ ਹੈ ਇਸਲਾਮ ਵਿੱਚ। ਹਾਂ ਫਿਰ ਮਿਰਜ਼ਾ ਸਾਹਿਬ ਕੀ ਹੋ ਗਏ? ਮਿਰਜ਼ਾ ਸਾਹਿਬ ਦੀ ਕਹਾਣੀ ਕੋਈ ਸਮਝ ਨਹੀਂ ਲੱਗ ਰਹੀ ਹੈ। ਅੱਛਾ ਇਤਿਹਾਸ ਵਿੱਚ ਨਹੀਂ ਲੱਗੀ ਸਮਝ? ਨਹੀਂ ਲੱਗ ਰਹੀ ਨਾ। ਉਹਨਾਂ ਨੇ ਨਬੂਵਤ ਦਾ ਦਾਵਾ ਕੀਤਾ ਹੈ ਕਿ ਜਿਸ ਤਰ੍ਹਾਂ ਆਮ ਨਬੀਆਂ ਨੇ ਕੀਤਾ। ਤੂੰ ਇਸ ਵਕਤ ਹਾਲੇ ਹੈਲੀਫੈਕਸ ਬੈਠਾ ਹੈ। ਮੈਂ ਕੀ ਕਰ ਸਕਦਾ, ਮੈਂ ਤਾਂ ਅਹਿਮਦੀ ਹੈ ਹੀ ਨਹੀਂ ਅਗਰ ਜਾਂ ਤਾਂ ਕਿਤੇ ਅਪਣਾਏ ਹੋਏ ਨੇ। ਤਾਂ ਇਤਨਾ ਅਰਸਾ ਮੇਰਾ ਤੇ ਜਮਾਤ ਅਹਿਮਦੀਆ ਦੇ ਜਿਤਨੇ ਵੀ ਅਕਾਇਦ ਨੇ ਨਾ, ਇੱਕ ਅਕੀਦਾ ਵੀ ਨਹੀਂ ਉਹਨਾਂ ਨਾਲ ਮੈਚ ਕਰਨਾ। ਹਾਂ ਹੋਰ ਜਿਹੜੇ ਕੁਝ ਮਾਮਲਾਤ ਹੈ ਨੇ ਉਹਨਾਂ ਦੇ ਔਰ ਮੇਰੇ ਉਹ ਕਾਮਨ ਹੋ ਸਕਦੇ ਨੇ। ਕਿਹੜੇ? ਮਸਲਨ ਅਖਲਾਕ ਉਹਨਾਂ ਦੇ ਅੱਛੇ ਨੇ, ਕਲਚਰ ਸਾਡਾ ਸੇਮ ਹੋ ਸਕਦਾ ਹੈ। ਨਹੀਂ ਅਖਲਾਕ ਜਿਹੜਾ ਸਾਡੇ ਐਕਸਪੀਰੀਅੰਸ ਤੇ ਜਿੱਥੇ ਵੀ ਗਏ ਨਾ ਗਾਲਾਂ ਹੀ ਕੱਢੀਆਂ ਨਾ ਇਹਨਾਂ ਤੋਂ ਪਤਾ ਨਹੀਂ ਅਖਲਾਕ ਤੇਰੇ ਨਾਲ ਕਿਸ ਤਰ੍ਹਾਂ ਨਹੀਂ ਦੇਖੋ ਮੈਂ ਉਹ ਜਾ ਕੇ ਜਦੋਂ ਵੀ ਉਹਨਾਂ ਦੇ ਬਰੋਡ ਤੇ ਗਿਆ ਕਿਹੜੀ ਜਗ੍ਹਾ ਅਖਲਾਕ ਦੇਖੇ ਜਿਹੜਾ ਅਸੀਂ ਨਹੀਂ ਕਦੇ ਦੇਖਿਆ। ਮੈਂ ਉਹ ਜਿਹੜਾ ਤਲਤ ਮਸਰੂਰ ਆਦਰ ਹੈ ਉਹਨਾਂ ਦੇ ਬਰੋਡ ਤੇ ਗਿਆ ਤੇ ਮੈਂ ਦੇਖਿਆ ਸਾਡੇ ਬੰਦੇ ਆਉਂਦੇ ਨੇ, ਦੋ ਚਾਰ ਗੱਲਾਂ ਕਰਦੇ ਨੇ, ਗਾਲਾਂ ਦੇ ਕੇ ਚਲੇ ਜਾਂਦੇ। ਮੈਂ ਕਦੀ ਨਹੀਂ ਸੁਣਿਆ ਉਹਨਾਂ ਚੋਂ ਤਿੰਨਾਂ ਬੰਦਿਆਂ ਚੋਂ ਵਾਪਸ ਕਿਸੇ ਨੇ ਗਾਲ ਕੱਢੀ ਹੋਏ ਉਹਨਾਂ ਨੂੰ। ਨਹੀਂ ਹੁਸੈਨੀ ਸਾਹਿਬ ਦੀ ਬਰੋਡ ਨਹੀਂ ਸੁਣਦਾ? ਹੁਸੈਨੀ ਸਾਹਿਬ ਦੀ ਵੀ ਸੁਣਦਾ ਰਾਤੀ ਲੱਗਦੀ ਏ। ਹਾਂ ਉੱਥੇ ਆ ਨਾ ਕੱਲ ਜਦੋਂ ਵੀ ਆਉਂਦੇ ਨੇ ਬਸ ਧੁੰਮ ਮਚਾ ਦੇਣੇ ਨੇ ਮਿਰਜ਼ਾਈ। ਨਹੀਂ ਉੱਥੇ ਆਮ ਜਿਹੜੇ ਹੁੰਦੇ ਨੇ ਮਤਲਬ ਇਹ ਛੋਟੇ ਲੈਵਲ ਦੇ ਹੁੰਦੇ ਨੇ, ਆਮ ਬੰਦੇ। ਠੀਕ ਨਾ ਸੈਫੀ ਦੀ ਬਰੋਡ ਤੇ ਚਲੇ ਜਾਓ, ਸੈਫੀ ਨੂੰ ਕਦੇ ਦੇਖੇ ਗਾਲ ਕੱਢਦੇ ਹੋ? ਉਹ ਜਿਹੜਾ ਖਾਲਿਦ ਬਿਨ ਵਲੀਦ ਵਾਲੀ ਆਈਡੀ ਦਾ ਉਹਨੂੰ ਦੇਖੇ ਕਦੇ? ਉਹ ਖੁਰਮ ਦੀ ਆਈਡੀ ਵਾਲਾ ਉਹਨੇ ਕਦੇ ਗਾਲ ਨਹੀਂ ਪਰ ਇਹਨੇ ਕਦੇ ਗਾਲ ਕੱਢੀ ਹੈ ਕਿਸੇ ਗੈਰ ਅਹਿਮਦੀ ਨੂੰ? ਉਹ ਨਹੀਂ ਫੇਵਰਟ 49 ਦਾ ਚਲੋ ਲਾਦਾ ਬੈਸ ਹੈ। ਮੈਂ ਇਹ ਕਹਿ ਰਿਹਾ ਭਈ ਹਾਲਾਂ ਇਤਨੀਆਂ ਬੋਰਡਾਂ ਤੇ ਜਾ ਕੇ ਇਸ ਸਵਾਲ ਦਾ ਜਵਾਬ ਨਹੀਂ ਤੈਨੂੰ ਮਿਲਿਆ ਕਿ ਮਿਰਜ਼ਾ ਸਾਹਿਬ ਨਬੂਵਤ ਦਾ ਦਾਵਾ ਹੈ ਜਾਂ ਨਹੀਂ। ਨਹੀਂ ਮੈਂ ਇਸ ਤਰ੍ਹਾਂ ਦਾ ਸਵਾਲ ਕਦੇ ਕੀਤਾ ਹੀ ਨਹੀਂ ਉਹਨੇ। ਤੇ ਇਹ ਤਾਂ ਬੁਨਿਆਦੀ ਚੀਜ਼ ਹੈ ਨਾ, ਕਰਨਾ ਚਾਹੀਦਾ ਨਾ। ਨਹੀਂ ਉਹ ਕਹਿੰਦੇ ਨੇ ਜਿਸ ਤਰ੍ਹਾਂ ਅਸੀਂ ਸਮਝ ਰਹੇ ਹਾਂ ਉਸ ਤਰ੍ਹਾਂ ਦਾ ਉਹਨਾਂ ਦਾ ਦਾਵਾ ਨਹੀਂ ਪਰ ਉਸ ਟਾਈਪ ਦੀ ਨਬੂਵਤ ਹੈ ਹੀ ਕੋਈ ਨਹੀਂ। ਉਹ ਹੈ ਤਾਂ ਨਹੀਂ ਲੇਕਿਨ ਉਹਨਾਂ ਦੀ ਨਜ਼ਰ ਵਿੱਚ ਹੈ ਵੇ ਨਾ। ਨਹੀਂ ਤੇ ਫਿਰ ਇੱਕ ਬੰਦਾ ਨਈ ਚੀਜ਼ ਬਣਾ ਲੈਣਾ ਇਸਲਾਮ ਦੀਨ ਵਿੱਚ ਤੇ ਉਹ ਕੀ ਬਣ ਗਿਆ ਫਿਰ? ਉਹ ਤਾਂ ਬਿਦਅਤ ਬਣ ਗਈ। ਹਾਂ ਇਸਲਾਮ ਵਿੱਚ ਕੋਈ ਐਸੀ ਚੀਜ਼ ਤੁਸੀਂ ਪਾ ਦਿੱਤੀ ਹੈ ਜਿਹੜੀ ਕੁਰਾਨ ਹਦੀਸ ਵਿੱਚ ਨਹੀਂ ਹੈ, ਉਹ ਤਾਂ ਬਿਦਅਤ ਹੋ ਗਈ ਨਾ। ਫਿਰ ਉਹਦਾ ਤਾਂ ਤੁਹਾਨੂੰ ਕੋਈ ਸਵਾਬ ਨਹੀਂ ਮਿਲੇਗਾ। ਮੈਂ ਇਹ ਕਹਿ ਰਿਹਾ ਹਾਂ ਤੇ ਜਵਾਬ ਲੈਣ दलाला कुल्ला दलाला फी नार हदीस है कि हर बिदअत गुमराही है और हर गुमराही जहन्नम में ले जाएगी। ਕੀ ਨਤੀਜਾ ਕੱਢਿਆ ਇਹਨਾਂ ਦੇ ਮੁਤਲਕ? ਇਹਨਾਂ ਦੇ ਮੁਤਲਕ ਇਹ ਨਤੀਜਾ ਕੱਢਿਆ ਕਿ ਇਹ ਨਬੀ ਪਾਕ ਦੇ ਉਮਤੀ ਨੇ, ਇਹ ਸਭ ਤੋਂ ਜ਼ਿਆਦਾ ਜਿਹੜਾ ਮੰਨਦੇ ਨੇ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਮੰਨਦੇ ਨੇ, ਅੰਬੀਆ ਇਕਰਾਮ ਨੂੰ, ਫਿਰ ਉਸ ਤੋਂ ਬਾਅਦ ਸਹਾਬਾ ਨੂੰ ਮੰਨਦੇ ਨੇ ਤੇ ਨਾਲ ਹੀ ਫਿਰ ਮਿਰਜ਼ਾ ਸਾਹਿਬ ਨੂੰ ਹੀ ਆਪਣਾ ਇੱਕ ਇਮਾਮ ਮੰਨਦੇ ਨੇ, ਇਮਾਮ ਮਹਿਦੀ ਮੰਨਦੇ ਨੇ। ਤੇ ਕਹਿੰਦੇ ਨੇ ਕਿ ਜਿਸ ਤਰ੍ਹਾਂ ਨਬੀ ਹੁੰਦੇ ਨੇ ਨਾ ਇੱਕ ਦੀਨ ਦਾ ਤਬਲੀਗ ਕਰਦੇ ਨੇ, ਲੋਕਾਂ ਨੂੰ ਇਸਲਾਮ ਵਾਲੇ ਪਾਸੇ ਲਿਆਉਂਦੇ ਨੇ, ਤੇ ਮਿਰਜ਼ਾ ਸਾਹਿਬ ਨੇ ਵੀ ਆਪਣੀ ਪੂਰੀ ਜ਼ਿੰਦਗੀ 'ਚ ਇਹੀ ਮਿਸ਼ਨ ਸੀ ਉਹਨਾਂ ਦਾ ਵੀ। ਨਹੀਂ ਜਿਹੜਾ ਮੈਂ ਕਨਕਲੂਜਨ ਕੱਢਿਆ ਨਾ ਇਹਨਾਂ ਦਾ ਉਹ ਇਹ ਵੈ ਕਿ ਕਿਸੇ ਵੀ ਕਿਸਮ ਦਾ ਨਬੀ ਮੰਨਣਾ ਜ਼ਿੱਲੀ ਬਰੂਜ਼ੀ ਗੈਰ ਕੋਈ ਕੀ ਜੋ ਵੀ ਇਹ ਮੰਨਦੇ ਨੇ
ਇਹ ਇਸਲਾਮ ਦਾਇਰਾ ਇਸਲਾਮ ਤੋਂ ਖਾਰਜ ਕਰ ਦੇਣਾ ਇਹਨਾਂ ਨੂੰ। ਹੁਣ ਜ਼ਿੱਲੀ ਹਜ ਮੰਨਦੇ ਨੇ ਇਹ, ਠੀਕ ਹੈ। ਹੁਣ ਜ਼ਿੱਲੀ ਹਜ ਕੇ ਦਿੱਲੀ ਬਰੂਜ਼ੀ ਮੰਨਦੇ ਨੇ, ਹਜ ਕਰਦੇ ਨੇ। ਜ਼ਿੱਲੀ ਹਜ ਕਰਦੇ ਨਾ ਇੱਥੇ ਕਾਦੀਆਨ ਵਿੱਚ। ਇਹਦਾ ਕੋਈ ਹਵਾਲਾ ਮਿਲਦਾ ਕਿਸੇ ਹਦੀਸ ਵਿੱਚ ਕਿ ਅਗਰ ਤੁਸੀਂ ਕਿਧਰੇ ਉਧਰ ਹਜ ਕਰੋਗੇ ਇਸ ਤਰ੍ਹਾਂ ਤੁਸੀਂ ਸਾਊਦੀਆ ਨਹੀਂ ਜਾ ਸਕਦੇ, ਮੱਕਾ ਹਦੀਸ ਨਾਲ ਤਾਂ ਇਸ ਚੀਜ਼ ਨਾਲ ਤਲਕ ਹੀ ਕੋਈ ਨਹੀਂ ਨਾ। ਇਹ ਤਾਂ ਇੱਕ ਬਿਲਕੁਲ ਹੀ ਤੁਸੀਂ ਇਸਲਾਮ ਚ ਖਾਰਜ ਹੋ ਜਾਓਗੇ। ਹਦੀਸ ਹੈ ਇਹ ਤਾਂ ਤੁਹਾਡੀ ਗੱਲ ਦੀ ਤਾਇਦ ਕੀਤੀ ਜਾ ਸਕਦੀ ਹੈ। ਨਹੀਂ, ਨਈ ਚੀਜ਼ ਇਹਨਾਂ ਤੇ ਨਹੀਂ ਜਾ ਸਕਦੇ, ਉਹਨਾਂ ਦੇ ਪਾਬੰਦੀ ਹੈ। ਵਾਲੇਕੁਮ ਸਲਾਮ। ਇਹ ਰਾਜਾ ਸਾਹਿਬ ਇਹਨੇ ਹੁਣ ਇੱਕ ਲਫ਼ਜ਼ ਅੱਗੇ ਬੋਲਿਆ ਕਿ ਬਿਦਅਤ ਜਿਹੜੀ ਹੈ ਜਹੰਨਮ ਚ ਲੈ ਕੇ ਜਾਣ ਵਾਲੀ, ਨਬੀ ਪਾਸਮ ਦੀ ਹਦੀਸ ਸੁਣਾਈ ਹੈ। ਉਸ ਤੋਂ ਬਾਅਦ ਇਹ ਮੁਸਲਮਾਨ ਇਹਨਾਂ ਨੂੰ ਕਿਸ ਤਰ੍ਹਾਂ ਬਣਾ ਲੈਂਦਾ ਹੈ ਕਿ ਪੱਕੇ ਸੱਚੇ ਮੁਸਲਮਾਨ ਨੇ ਖੁਦ ਹੀ ਇਕਰਾਰ ਇਸਨੇ ਕੀਤਾ ਹੈ ਕਿ ਬਿਦਅਤ ਗੁੰਮਰਾਹੀ ਹੈ, ਹਰ ਗੁੰਮਰਾਹੀ ਜਹੰਨਮ ਚ ਲੈ ਕੇ ਜਾਣ ਵਾਲੀ ਹੈ। ਤੇ ਜਿਹੜਾ ਜਹੰਨਮ ਵੱਲ ਜਾਣ ਦਾ ਮੁਸਲਮਾਨ ਹੈ